हेलो एवरीवन वेलकम टू विक्टर्स नॉलेज दिस इज ਚੀਨੂ ਸ਼ਰਮਾ ਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਲੈਕਚਰ ਲੈ ਕੇ ਆਈ ਹਾਂ ਬੇਸਿਕਲੀ ਇਹ ਦੋ ਪਾਰਟਸ ਦੇ ਵਿੱਚ ਆਲਰੇਡੀ ਸਬ ਇੰਸਪੈਕਟਰ ਐਗਜ਼ਾਮ ਦੇ ਟਾਈਮ ਮੈਂ ਐਮਸੀਕਿਊਜ਼ ਟੋਟਲ 300 ਐਮਸੀਕਿਊਜ਼ ਅਪਲੋਡ ਕੀਤੇ ਸੀ ਤੇ ਜਿੰਨੇ ਵੀ ਉਸ ਤੋਂ ਬਾਅਦ ਐਗਜ਼ਾਮ ਹੋਏ ਸਾਰਿਆਂ ਦੇ ਵਿੱਚ ਇੰਨਾ ਐਮਸੀਕਿਊਜ਼ ਦੇ ਵਿੱਚੋਂ ਹੀ ਬਾਰ-ਬਾਰ ਕੁਐਸਚਨਸ ਐਗਜ਼ਾਮ ਦੇ ਵਿੱਚ ਰਿਪੀਟ ਹੋਏ ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਸੋ ਮੈਂ ਤੁਹਾਡੇ ਲਈ ਈਜ਼ੀ ਕਰਨ ਲਈ ਇਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਕੰਪਾਈਲ ਕਰਤਾ ਤੇ ਇੱਕ ਦੋ ਜਿਹੜੇ ਕੁਐਸਚਨਸ ਦੇ ਆਨਸਰ ਗਲਤ ਸੀ ਮੈਂ ਉਹਨਾਂ ਨੂੰ ਕਰੈਕਟ ਕਰਕੇ ਸੋ ਤੁਹਾਨੂੰ ਨਵੀਂ ਇੱਕ ਜਗ੍ਹਾ ਦੇ ਉੱਤੇ ਕੰਪਾਈਲ ਲੈਕਚਰ ਪ੍ਰੋਵਾਈਡ ਕਰਵਾ ਰਹੀ ਹਾਂ and this is important for all exams be it state level central level especially TSS cadre sub inspector PSSP clerk ਤੇ IT clerk ਕਿਉਂਕਿ ਜਦੋਂ ਕੰਪਿਊਟਰ ਫੰਡਾਮੈਂਟਲਸ ਦਾ ਟੌਪਿਕ ਆਉਂਦਾ ਜਾਂ ਕੰਪਿਊਟਰ ਬੇਸਿਕਸ ਦਾ ਤਾਂ ਉਹਦੇ ਅੰਦਰ ਕੰਪਿਊਟਰ ਦੇ ਜਿੰਨੇ ਵੀ ਇੰਪੋਰਟੈਂਟ ਏਰੀਆਜ਼ ਨੇ ਕਿਸੇ ਚੋਂ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦੇ ਆ ਸੋ ਇਸੇ ਲਈ ਜਿਹੜੇ ਕੁਐਸਚਨਸ ਨੇ 300 ਤੇ 300 MCQs ਤੁਸੀਂ ਜ਼ਰੂਰ ਇੱਕ ਵਾਰੀ ਦੇਖ ਕੇ ਜਾਣੇ ਆ So now let's get started with our video. So ਇਹ ਵੀਡੀਓ ਹੁਣ ਆਪਾਂ ਫਟਾਫਟ ਇਹਦੇ ਵਿੱਚ ਜੋ ਵੀ ਇੰਪੋਰਟੈਂਟ ਕੁਐਸਚਨਸ ਨੇ ਉਹ ਸਾਰੇ ਦੇਖਾਂਗੇ ਅੱਜ ਫਰਸਟ ਕੁਐਸਚਨ ਹੈ We get list of site after typing a word in search bar. ਕਹਿੰਦੇ ਆਪਾਂ ਜਦੋਂ ਕਿਸੇ ਵੀ ਆਪਾਂ ਜਿਹੜਾ ਸਰਚ ਬਾਰ ਹੁੰਦਾ ਕੋਈ ਵੀ ਆਪਾਂ ਬ੍ਰਾਊਜ਼ਰ ਖੋਲਦੇ ਆ ਉੱਥੇ ਆਪਾਂ ਇੱਕ ਵਰਡ ਪਾਉਨੇ ਆ ਉਹ ਵਰਡ ਭਰਨ ਤੋਂ ਬਾਅਦ ਕਹਿੰਦੇ ਆਪਣੇ ਕੋਲ ਨੀਚੇ ਆਪਣੇ ਆਪ ਬਹੁਤ ਸਾਰੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ ਨੇ ਬਾਰ ਦੇ ਵਿੱਚ ਸੋ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਸੋ ਉਹਨੂੰ ਆਪਾਂ ਕਹਿੰਦੇ ਆ ਆਪਸ਼ਨ A ਕੀ ਫਰੇਜ਼ ਇਹ ਜਿਹੜਾ ਟੌਪਿਕ ਹੈ ਇਹ ਸਰਚ ਇੰਜਨ ਟੌਪਿਕਸ ਦੇ ਵਿੱਚੋਂ ਕੁਐਸਚਨ ਹੈ ਸੈਕੰਡ ਕੁਐਸਚਨ ਹੈ search results are generally presented in a line of result often referred to as ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਬ੍ਰਾਊਜ਼ਰ ਦੇ ਵਿੱਚ ਸਰਚ ਇੰਜਨ ਦੇ ਜ਼ਰੀਏ ਸਰਚ ਕਰਦੇ ਆ ਆਪਾਂ ਉਰੇ ਕੀ ਫਰੇਜ਼ ਪਾਤਾ ਕੋਈ ਵਰਡ ਭਰਤਾ ਨੀਚੇ ਆਪਣੇ ਕੋਲ ਬਹੁਤ ਸਾਰੀ ਲਿਸਟ ਆ ਗਈ ਅਲੱਗ-ਅਲੱਗ ਚੀਜ਼ਾਂ ਦੀ ਕਹਿੰਦੇ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਸੋ ਉਹ ਜਿਹੜੇ ਰਿਜ਼ਲਟ ਆਪਣੇ ਸਾਹਮਣੇ ਆਉਂਦੇ ਨੇ ਬ੍ਰਾਊਜ਼ਰ ਦੇ ਉੱਤੇ ਕੋਈ ਵੀ ਵਰਡ ਭਰ ਕੇ ਸਰਚ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਕਹਿੰਦੇ ਆ ਸਰਚ ਇੰਜਨ ਰਿਜ਼ਲਟ ਪੇਜ ਆਪਸ਼ਨ ਸੀ ਤੀਜਾ ਕੁਐਸਚਨ ਹੈ web search engines store information about many web pages by a dash ਸੋ ਕਹਿੰਦੇ ਕਿਹਦੀ ਹੈਲਪ ਦੇ ਨਾਲ ਜਿੰਨੇ ਵੀ ਵੈਬ ਸਰਚ ਇੰਜਨ ਨੇ ਚਾਹੇ ਗੂਗਲ ਹੈ ਚਾਹੇ ਕੁਝ ਵੀ ਹੈ ਉਹ ਜਿਹੜੀ ਇਨਫੋਰਮੇਸ਼ਨ ਸਟੋਰ ਕਰਦੇ ਨੇ ਵੈਬ ਕ੍ਰੋਲਰ ਦੀ ਮਦਦ ਦੇ ਨਾਲ ਨੈਕਸਟ ਕੁਐਸਚਨ ਆ ਗਿਆ ਵੈਬ ਕ੍ਰੋਲਰ ਦਾ ਦੂਜਾ ਨਾਮ ਕੀ ਹੈ ਸੋ ਵੈਬ ਕ੍ਰੋਲਰ ਨੂੰ ਆਪਾਂ ਵੈਬ ਸਪਾਈਡਰ ਵੀ ਕਹਿੰਦੇ ਆ ਫਿਫਥ ਕੁਐਸਚਨ ਹੈ search engine optimization is the process of dash of a website or a web page in a search engine's search result ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਉਰੇ ਤੁਸੀਂ ਗੂਗਲ ਦੀ ਐਗਜ਼ਾਮਪਲ ਲੈ ਕੇ ਚੱਲੋ ਵੀ ਉਹਦੇ ਤੇ ਆਪਾਂ ਨੇ ਕੁਝ ਭਰਿਆ ਆਪਣੇ ਕੋਲ ਨੀਚੇ ਸਰਚ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਕਹਿੰਦੇ ਜਿਹੜੀ ਇਹ ਆਪਟੀਮਾਈਜ਼ੇਸ਼ਨ ਹੈ ਜਿਹੜਾ ਪ੍ਰੋਸੈਸ ਹੈ ਪੂਰਾ ਇਹ ਪ੍ਰੋਸੈਸ ਦੇ ਵਿੱਚ ਜਿਹੜੇ ਆਪਾਂ ਨੂੰ ਚੀਜ਼ਾਂ ਦਿਖਦੀਆਂ ਨੇ ਸਰਚ ਹੋ ਕੇ ਉਹ ਕਿਹੜੇ ਪ੍ਰੋਸੈਸ ਦੀ ਮਦਦ ਦੇ ਨਾਲ ਦਿਖਦੀਆਂ ਨੇ ਉਹ ਹੁੰਦਾ affecting the visibility ਸੋ ਕਹਿੰਦੇ ਜਿਹੜਾ ਵੀ ਆਪਾਂ ਕਿਸੇ ਚੀਜ਼ ਨੂੰ ਸਰਚ ਕਰਦੇ ਆ ਸਰਚ ਇੰਜਨ ਦੇ ਉੱਤੇ ਤਾਂ ਉਹਨੂੰ ਆਪਾਂ ਕਹਿੰਦੇ ਆ ਵੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਆਪਾਂ ਨੂੰ ਜਿਹੜਾ ਰਿਜ਼ਲਟ ਦਿਖਣਾ ਹੈ ਉਹਦੀ ਵਿਜ਼ਿਬਿਲਿਟੀ ਨੂੰ ਉਹ ਚੀਜ਼ ਅਫੈਕਟ ਕਰਦੀ ਹੈ ਸੋ ਆਪਾਂ ਨੂੰ ਜੋ ਇੰਪੋਰਟੈਂਟ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਆਪਣੇ ਕੋਲ ਸਰਚ ਹੋ ਕੇ ਸਾਹਮਣੇ ਆ ਜਾਂਦੀਆਂ ਨੇ ਨੈਕਸਟ ਹੈ SEO ਸੋ SEO ਕਹਿੰਦੇ ਕਿਸ ਚੀਜ਼ ਦੇ ਲਈ ਹੈ SEO is to improve the volume and dash to a website from search engine. So ਕਹਿੰਦੇ ਜਿਹੜਾ SEO ਹੈ ਇਹ ਵੈਬ ਸਰਚ ਇੰਜਨ ਦੇ ਵਿੱਚ ਕਨਸੈਪਟ ਆਉਂਦਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਦਾ ਕਹਿੰਦੇ ਇਸ ਚੀਜ਼ ਦੇ ਨਾਲ ਆਪਾਂ ਕੀ ਕਰਦੇ ਹਾਂ ਸੋ ਜਦੋਂ ਵੀ ਆਪਾਂ ਨੇ ਕੋਈ ਵੈਬਸਾਈਟ ਜਾਂ ਕੋਈ ਵੀ ਆਪਾਂ ਨੇ ਚੀਜ਼ ਵੈਬ ਇੰਜਨ ਦੇ ਉੱਤੇ ਟਾਈਪ ਕਰਕੇ ਸਰਚ ਕਰਨੀ ਹੈ ਤਾਂ SEO ਦੀ ਮਦਦ ਦੇ ਨਾਲ ਜਿਹੜੀ ਉਹ ਚੀਜ਼ ਹੈ ਉਹਦੀ ਵੋਲਿਊਮ ਪਲੱਸ ਉਹਦੀ ਜਿਹੜੀ ਕੁਆਲਿਟੀ ਹੈ ਉਹ ਇਨਕਰੀਜ਼ ਹੁੰਦੀ ਹੈ ਸੋ ਤੁਸੀਂ ਯਾਦ ਰੱਖਣਾ ਹੈ ਵੀ ਜਿਹੜਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਹੈ SEO ਹੈ ਇਹਦੀਆਂ ਕਿਹੜੀਆਂ ਕੁਆਲਿਟੀਆਂ ਨੇ ਇਹਦੇ ਫੰਕਸ਼ਨ ਕੀ ਹੈ ਨੈਕਸਟ ਹੈ ਅ ਕੀਵਰਡ ਸਰਚ ਇੰਜਨ ਸੋ ਜਦੋਂ ਵੀ ਆਪਾਂ ਗੂਗਲ ਦੇ ਵਿੱਚ ਕੋਈ ਇੱਕ ਵਰਡ ਪਾਇਆ ਤਾਂ ਉਹਦੇ ਨਾਲ ਕੀ ਹੁੰਦਾ ਕੋਈ ਇੱਕ ਮੇਨ ਕੀਵਰਡ ਪਾਤਾ ਤਾਂ ਕਹਿੰਦੇ ਉਹਦੇ ਨਾਲ ਕੀ ਹੁੰਦਾ ਇਟ ਰਿਟਰਨਸ ਅ ਲਿਸਟ ਆਫ ਸਾਈਟ ਬੇਸਡ ਔਨ ਸਰਚ ਟਰਮ ਟੂ ਐਂਟਰ ਮੰਨ ਲਓ ਤੁਸੀਂ ਗੂਗਲ ਦੇ ਉੱਤੇ ਗੂਗਲ ਕੀ ਹੈ ਇੱਕ ਸਰਚ ਇੰਜਨ ਹੈ ਉਹਦੇ ਉੱਤੇ ਤੁਸੀਂ ਇੱਕ ਵਰਡ ਪਾਤਾ A ਲਿਖਤਾ ਤਾਂ ਤੁਹਾਨੂੰ A ਦੇ ਨਾਲ ਅੱਗੇ ਹਜ਼ਾਰਾਂ ਚੀਜ਼ਾਂ ਦੀ ਲਿਸਟ ਸਾਹਮਣੇ ਆ ਜਾਂਦੀ ਹੈ ਜੋ ਵੀ ਮੇਨ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ A ਵਰਡ ਤੋਂ
ਟੌਪ ਤੇ ਚੱਲ ਰਹੀਆਂ ਹੁੰਦੀਆਂ ਨੇ ਸਰਚ ਵਿੱਚ। ਸੋ 8th ਕੁਐਸਚਨ ਹੈ ਅ ਸਬਜੈਕਟ ਓਰੀਐਂਟਡ ਸਰਚ ਇੰਜਨ। ਸੋ ਕਹਿੰਦੇ ਜਦੋਂ ਆਪਾਂ ਕਿਸੇ ਪਾਰਟਿਕੂਲਰ ਸਬਜੈਕਟ ਨੂੰ ਲੈ ਕੇ ਕਿਸੇ ਪਾਰਟਿਕੂਲਰ ਚੀਜ਼ ਨੂੰ ਲੈ ਕੇ ਸਰਚ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਇਟ ਰਿਟਰਨਸ ਅ ਲਿਸਟ ਆਫ ਸਾਈਟ ਦੈਟ ਹੈਵ ਬੀਨ ਰਿਵਿਊਡ ਬਾਈ ਹਿਊਮਨ। ਸੋ ਕਹਿੰਦੇ ਜੇ ਤਾਂ ਆਪਾਂ ਨੇ ਕੋਈ ਰੈਂਡਮ ਚੀਜ਼ ਆਪਾਂ ਨੇ ਸਰਚ ਕਰ ਲਈ ਤਾਂ ਉਹਦੇ ਬਾਰੇ ਆਪਣੇ ਕੋਲ ਰੈਂਡਮ ਰਿਜ਼ਲਟ ਆਉਣਗੇ, ਪਰ ਜੇ ਆਪਾਂ ਨੇ ਕਿਸੇ ਪ੍ਰੋਪਰ ਸਬਜੈਕਟ ਓਰੀਐਂਟਡ, ਮਤਲਬ ਤੁਸੀਂ ਮੰਨ ਲਓ ਕਿ ਤੁਸੀਂ ਮੈਡੀਸਿਨ ਨੂੰ ਲੈ ਕੇ ਜਾਂ ਤੁਸੀਂ ਫॉर ਐਗਜ਼ਾਮਪਲ ਇਹ ਸਬ ਇੰਸਪੈਕਟਰ ਐਗਜ਼ਾਮ ਨੂੰ ਲੈ ਕੇ ਕੋਈ ਵੀ ਗੂਗਲ ਦੇ ਉੱਤੇ ਚੀਜ਼ ਸਰਚ ਕੀਤੀ ਹੈ, ਤੁਹਾਡੇ ਕੋਲ ਉਹ ਚੀਜ਼ਾਂ ਦੀ ਲਿਸਟ ਨਿਕਲ ਕੇ ਆਊ ਜਿਹੜੀ ਹੋਰ ਲੋਕਾਂ ਨੇ ਸਭ ਤੋਂ ਜ਼ਿਆਦਾ ਦੇਖੀ ਹੈ, ਰਿਵਿਊ ਕੀਤੀ ਹੈ। ਨੈਕਸਟ ਹੈ 9th ਕੁਐਸਚਨ ਅ ਮੇਟਾ ਸਰਚ ਇੰਜਨ। ਮੇਟਾ ਸਰਚ ਇੰਜਨ ਕੀ ਹੁੰਦਾ? ਸੋ ਇਹ ਹੁੰਦਾ ਜਿਹੜਾ ਹੋਰ ਬਾਕੀ ਸਰਚ ਇੰਜਨਸ ਦੀ ਜਿਹੜੀ ਵੈਰਾਈਟੀ ਹੈ ਉਹਨਾਂ ਨੂੰ ਲੱਭਾ ਸਕੇ। ਸੋ ਸਰਚ ਇਜ਼ ਅ ਵੈਰਾਈਟੀ ਆਫ ਅਦਰ ਸਰਚ ਇੰਜਨ। 10th ਕੁਐਸਚਨ ਹੈ ਕੰਪੇਅਰ ਟੂ ਸਬਜੈਕਟ ਡਾਇਰੈਕਟਰੀ ਸਰਚ ਇੰਜਨ। ਸੋ ਕਹਿੰਦੇ ਜੇ ਆਪਾਂ ਸਬਜੈਕਟ ਡਾਇਰੈਕਟਰੀ ਦੇ ਨਾਲ ਕੰਪੇਅਰ ਕਰਕੇ ਚੱਲੀਏ ਤਾਂ ਸਰਚ ਇੰਜਨ ਕੀ ਹੈ? ਸੋ ਸਰਚ ਇੰਜਨ ਜ਼ਿਆਦਾ ਚੀਜ਼ਾਂ ਆਪਣੇ ਕੋਲ ਸਾਹਮਣੇ ਰੱਖਦਾ ਹੈ ਰਿਜ਼ਲਟ ਕੱਢ ਕੇ, ਰਿਟਰਨ ਮੋਰ ਹਿਟਸ। ਸੋ 11ਵਾਂ ਕੁਐਸਚਨ ਹੈ ਕਹਿੰਦੇ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਰਫ ਜਿਹਾ ਆਈਡੀਆ ਵੀ ਤੁਸੀਂ ਪਾਰਟਿਕੂਲਰਲੀ ਉਹ ਚੀਜ਼ ਨੂੰ ਕਿਹਨੂੰ ਲੱਭਣਾ ਚਾਹੁੰਦੇ ਹੋ, ਕਿਹੜੀ ਕੈਟੇਗਰੀ ਦੀ ਚੀਜ਼ ਆ, ਤਾਂ ਤੁਸੀਂ ਕਿੱਥੇ ਸਰਚ ਕਰੋ? ਸੋ ਕਹਿੰਦੇ ਤੁਸੀਂ ਉਹਨੂੰ ਸਬਜੈਕਟ ਡਾਇਰੈਕਟਰੀ ਦੇ ਵਿੱਚ ਲੱਭੋ। ਆਪਾਂ ਜਿਹੜੇ ਕਾਮਨ ਸਰਚ ਇੰਜਨ ਨੇ ਜਿਵੇਂ ਗੂਗਲ ਵਗੈਰਾ ਹੋ ਗਿਆ, ਉਹਨਾਂ ਉੱਤੇ ਚੀਜ਼ਾਂ ਉਦੋਂ ਲੱਭਦੇ ਹਾਂ ਜਦੋਂ ਆਪਾਂ ਨੂੰ ਪ੍ਰੋਪਰਲੀ ਇਹ ਨਾ ਪਤਾ ਹੋਵੇ ਵੀ ਆਪਾਂ ਨੇ ਕਿਹੜੀ ਆਪਸ਼ਨ ਨੂੰ ਚੂਜ਼ ਕਰਨਾ। ਗੂਗਲ ਦੇ ਉੱਤੇ ਆਪਾਂ ਕੀ ਕਰਦੇ ਹਾਂ, ਕੋਈ ਵਰਡ ਭਰਦੇ ਹਾਂ, ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਨੇ, ਪਰ ਕਹਿੰਦੇ ਜੇ ਤੁਹਾਨੂੰ ਰਫ ਜਿਹਾ ਆਈਡੀਆ ਵੀ ਹੈਗਾ ਵੀ ਤੁਸੀਂ ਪਾਰਟਿਕੂਲਰਲੀ ਕਿਹੜੇ ਸਬਜੈਕਟ ਨੂੰ ਕਿੱਥੇ ਜਾ ਕੇ ਲੱਭਣਾ ਚਾਹੁੰਦੇ ਹੋ ਤਾਂ ਉਹ ਸਬਜੈਕਟ ਦੀ ਡਾਇਰੈਕਟਰੀ ਵਿੱਚ ਜਾ ਕੇ ਲੱਭੋ। ਨੈਕਸਟ ਹੈ ਸਰਪਸ। ਸਰਪਸ ਦੀ ਫੁੱਲ ਫਾਰਮ ਕੀ ਹੈ? ਸੋ ਇਹਦੀ ਫੁੱਲ ਫਾਰਮ ਹੈ ਸਰਚ ਇੰਜਨ ਰਿਜ਼ਲਟ ਪੇਜ। ਜਿਹੜੀ ਵੀ ਆਪਣੇ ਕੋਲ ਰਿਜ਼ਲਟ ਗੂਗਲ ਜਾਂ ਕੋਈ ਵੀ ਹੋਰ ਸਰਚ ਇੰਜਨ ਦੇ ਵਿੱਚ ਵਰਡ ਭਰਨ ਤੋਂ ਬਾਅਦ ਸਾਹਮਣੇ ਆਉਂਦੀਆਂ ਨੇ, ਉਹ ਸਾਰੇ ਜਿਹੜੇ ਰਿਜ਼ਲਟ ਨੇ ਪੇਜ ਨੇ ਉਹਨਾਂ ਨੂੰ ਆਪਾਂ ਸਰਪ ਕਹਿੰਦੇ ਆ। ਬਹੁਤ ਇੰਪੋਰਟੈਂਟ ਐਬਰੀਵੇਸ਼ਨ ਹੈ। ਨੈਕਸਟ ਕਹਿੰਦੇ ਜਿਹੜਾ ਸਰਚ ਇੰਜਨ ਹੈ ਇਹ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਮੇਨਟੇਨ ਕਰਕੇ ਰੱਖਦਾ ਹੈ? ਕੋਈ ਵੀ ਸਰਚ ਇੰਜਨ ਹੈ ਇਹ ਰੀਅਲ ਟਾਈਮ ਨਾਲ ਦੀ ਨਾਲ ਜੋ ਵੀ ਪੂਰੀ ਦੁਨੀਆ ਚੱਲ ਰਿਹਾ ਉਸ ਚੀਜ਼ ਬਾਰੇ ਆਪਣੇ ਕੋਲ ਅਸਲੀ ਰੀਅਲ ਟਾਈਮ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਮੰਨ ਲਓ ਪੂਰੀ ਦੁਨੀਆ ਦੀ ਗੱਲ ਹੋ ਰਹੀ ਹੈ, 1 ਸੈਕਿੰਡ ਪਹਿਲਾਂ 1 ਮਿੰਟ ਪਹਿਲਾਂ ਕਿਤੇ ਕੁਝ ਹੋਇਆ, ਤੁਸੀਂ ਉਹ ਚੀਜ਼ ਬਾਰੇ ਗੂਗਲ ਤੇ ਸਰਚ ਕਰਦੇ ਹੋ, ਤੁਹਾਡੇ ਕੋਲ ਪਹਿਲੇ ਨੰਬਰ ਤੇ ਉਸ ਚੀਜ਼ ਨੂੰ ਲੈ ਕੇ ਚਾਹੇ 1-2 ਮਿੰਟ ਪਹਿਲਾਂ ਦੀ ਕੋਈ ਨਾ ਕੋਈ ਨਿਊਜ਼ ਹੈਡਲਾਈਨ ਦਿਖਣ ਲੱਗ ਜਾਂਦੀ ਹੈ। ਸੋ ਇਹਦਾ ਮਤਲਬ ਹੈ ਵੀ ਸਰਚ ਇੰਜਨ ਆਪਣੇ ਆਪ ਨਾਲ ਦੀ ਨਾਲ ਰੀਅਲ ਟਾਈਮ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਲੈ ਕੇ ਆਉਂਦੇ। ਨੈਕਸਟ ਹੈ ਯੈਂਡੈਕਸ। ਯੈਂਡੈਕਸ ਨਾਮ ਦਾ ਸਰਚ ਇੰਜਨ ਕਿਹੜੀ ਕੰਟਰੀ ਦਾ ਹੈ? ਸੋ ਇਹ ਹੈ ਆਪਸ਼ਨ ਬੀ ਰਸ਼ੀਆ। ਯਾਹੂ ਸਰਚ ਇੰਜਨ ਕਿਹੜੇ ਸਾਲ ਦੇ ਵਿੱਚ ਲਾਂਚ ਹੋਇਆ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਲਾਂਚ ਹੋਇਆ ਸੀ 1995 ਵਿੱਚ। ਨੈਕਸਟ ਕਹਿੰਦੇ ਸਭ ਤੋਂ ਜ਼ਿਆਦਾ ਇੰਟਰਨੈਟ ਦੀ ਵਰਤੋਂ ਦੇ ਨਾਲ ਯੂਜ਼ ਕਰਨ ਵਾਲਾ ਸਰਚ ਇੰਜਨ ਪੂਰੀ ਦੁਨੀਆ ਦੇ ਵਿੱਚ ਕਿਹੜਾ ਹੈ? ਸੋ ਇਹ ਆਪਾਂ ਨੂੰ ਪਤਾ ਹੈ, ਆਪਾਂ ਸਾਰੇ ਇਹਦੀ ਵਰਤੋਂ ਕਰਦੇ ਹਾਂ, ਇਹ ਹੈ ਗੂਗਲ। ਨੈਕਸਟ ਆਲਟਾ ਵਿਸਟਾ ਕੀ ਹੈ? ਸੋ ਆਲਟਾ ਵਿਸਟਾ ਵੀ ਇੱਕ ਸਰਚ ਇੰਜਨ ਦਾ ਹੀ ਨਾਮ ਹੈ। 18th ਆ ਗਿਆ ਚਾਈਨਾ ਦਾ ਸਭ ਤੋਂ ਜ਼ਿਆਦਾ ਪਪੂਲਰ ਸਰਚ ਇੰਜਨ ਕਿਹੜਾ ਹੈ? ਸੋ ਇਹ ਹੈ ਬਾਈਡੂ, ਤੇ ਇਹ ਗੂਗਲ ਦੇ ਨਾਲ ਹਮੇਸ਼ਾ ਕੰਪੀਟੀਸ਼ਨ 'ਚ ਰਹਿੰਦਾ ਹੈ। ਨੈਕਸਟ ਆ ਗਿਆ ਗੂਗਲ ਨੂੰ ਕਹਿੰਦੇ ਓਰੀਜਨਲੀ ਜਦੋਂ ਉਹ ਅਸਲ 'ਚ ਬਣਿਆ ਸੀ ਸਰਚ ਇੰਜਨ 1997 'ਚ, ਤਾਂ ਉਹਨੂੰ ਕਿਹਨੇ ਡਿਵੈਲਪ ਕੀਤਾ ਸੀ? ਸੋ ਉਰੇ ਦੋ ਨਾਮ ਆਪਣੇ ਕੋਲ ਆਲਰੇਡੀ ਕੁਐਸਚਨ ਦੇ ਵਿੱਚ ਹੈਗੇ ਨੇ, ਸਰਜੇ ਬ੍ਰਿਨ, ਸਕਾਟ ਹੈਸਨ। ਸੋ ਆਪਾਂ ਨੇ ਦੱਸਣਾ ਹੈ ਕਿ ਤੀਜਾ ਨਾਮ ਕਿਹਦਾ ਹੈ? ਸੋ ਥਰਡ ਪਰਸਨ ਇਜ਼ ਲੈਰੀ ਪੇਜ। ਬਹੁਤ ਇੰਪੋਰਟੈਂਟ ਨਾਮ ਜੁੜਿਆ ਹੋਇਆ, ਜਦੋਂ ਵੀ ਗੂਗਲ ਦੀ ਗੱਲ ਹੁੰਦੀ ਹੈ ਤੁਸੀਂ ਲੈਰੀ ਪੇਜ ਦਾ ਜਿਹੜਾ ਨਾਮ ਹੈ ਉਹ ਯਾਦ ਰੱਖਣਾ। ਨੈਕਸਟ ਇਜ਼ ਸਰਚ ਇੰਜਨਸ ਆਰ ਏਬਲ ਟੂ ਸਰਚ ਡੈਸ਼ ਟਾਈਪ ਆਫ ਇਨਫੋਰਮੇਸ਼ਨ। ਸੋ ਤੁਸੀਂ ਗੂਗਲ ਦੇ ਥਰੂ ਕਿਸੇ ਵੀ ਹੋਰ ਸਰਚ ਇੰਜਨ ਦੇ ਜ਼ਰੀਏ ਕਿੱਦਾਂ ਦੀ ਇਨਫੋਰਮੇਸ਼ਨ ਲੱਭਦੇ ਹੋ? ਸੋ ਤੁਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਚਾਹੇ ਕੋਈ ਡਾਕੂਮੈਂਟ ਹੈ, ਵੀਡੀਓ ਹੈ, ਇਮੇਜ ਹੈ। ਨੈਕਸਟ ਕਹਿੰਦੇ ਗੂਗਲ ਕਿਸ ਚੀਜ਼ ਦੀ ਐਗਜ਼ਾਮਪਲ ਆ? ਗੂਗਲ ਇੱਕ ਸਰਚ ਇੰਜਨ ਹੈ। 22 the first tool used for searching content on internet was। ਕਹਿੰਦੇ ਨੈਟ ਦੀ ਵਰਤੋਂ ਦੇ ਨਾਲ ਪਹਿਲਾ ਟੂਲ ਜਿਹਦੇ ਜ਼ਰੀਏ ਆਪਾਂ ਕੰਟੈਂਟ ਸਰਚ ਕਰਨ ਲੱਗੇ ਸੀ ਉਹ ਕਿਹੜਾ ਸੀ?
ਸੋ ਇਹ ਆਪਾਂ ਨੇ ਆਪਣੀ ਥਿਓਰੈਟੀਕਲ ਵੀਡੀਓ ਵਿੱਚ ਵੀ ਦੇਖਿਆ ਸੀ। ਇਹ ਸੀ ਆਪਸ਼ਨ A ਆਰਚੀ। 23rd is we can search information in Google by the use of Google ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹਾਂ, ਲੱਭ ਸਕਦੇ ਹਾਂ। ਸੋ ਆਪਾਂ ਇਮੇਜ, ਵੌਇਸ, ਟੈਕਸਟ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਆਪਾਂ ਇਨਫੋਰਮੇਸ਼ਨ ਲੈ ਸਕਦੇ ਹਾਂ। ਗੂਗਲ ਦੇ ਵਿੱਚ ਰੀਸੈਂਟਲੀ ਜਿਹੜਾ ਵੌਇਸ ਵਾਲਾ ਇੱਕ ਫੀਚਰ ਹੈ ਇਹ ਐਡ ਹੋਇਆ। ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਕਿਹੜਾ ਨਵਾਂ ਫੀਚਰ ਹੈ ਸਰਚ ਕਰਨ ਦੇ ਲਈ। ਸੋ ਤੁਸੀਂ ਬੋਲ ਕੇ ਆਪਣੀ ਵੌਇਸ ਦੇ ਨਾਲ ਹੀ ਕੋਈ ਵੀ ਚੀਜ਼ ਸਰਚ ਕਰ ਸਕਦੇ ਹੋ ਗੂਗਲ ਉੱਤੇ। 24th is which of the following is an instant messaging app? Instant messaging application means ਜਿਹਦੇ ਜ਼ਰੀਏ ਤੁਸੀਂ ਆਨਲਾਈਨ ਹੋ ਕੇ ਕਿਸੇ ਦੂਜੇ ਬੰਦੇ ਨੂੰ ਨਾਲ ਦੀ ਨਾਲ ਮੈਸੇਜ ਭੇਜ ਸਕਦੇ ਹੋ, ਰਿਸੀਵ ਕਰ ਸਕਦੇ ਹੋ। ਸੋ ਇਹਦਾ ਆਨਸਰ ਹੈ ਆਪਸ਼ਨ ਡੀ। ਸੋ WhatsApp, Google Talk, Viber ਇਹ ਤਿੰਨੋਂ ਹੀ instant messaging applications ਨੇ। 25th question ਹੈ ਇਹਨਾਂ ਦੇ ਵਿੱਚੋਂ ਫੌਂਟ ਸਟਾਈਲ ਕਿਹੜਾ ਨਹੀਂ ਹੈ? ਸੋ ਇਹਨਾਂ ਦੇ ਵਿੱਚੋਂ ਸੁਪਰਸਕ੍ਰਿਪਟ ਫੌਂਟ ਸਟਾਈਲ ਨਹੀਂ ਹੈ, ਬਾਕੀ ਬੋਲਡ, ਇਟੈਲਿਕ, ਰੈਗੂਲਰ ਤਿੰਨੋਂ ਫੌਂਟ ਸਟਾਈਲ ਨੇ। ਗਟਰ ਮਾਰਜਿਨ ਕੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਸੋ ਗਟਰ ਮਾਰਜਿਨ ਉਹ ਚੀਜ਼ ਹੈ ਜਿਹੜੀ ਆਪਾਂ ਜਦੋਂ ਆਪਾਂ ਨੇ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਢਾਉਣਾ ਤਾਂ ਆਪਣੇ ਕੋਲ ਜਿਹੜੀ ਬਾਈਂਡਿੰਗ ਕਰਨ ਦੇ ਲਈ ਆਪਾਂ ਜਗ੍ਹਾ ਛੱਡਦੇ ਹਾਂ ਸਾਈਡਾਂ ਤੇ, ਉਸ ਜਗ੍ਹਾ ਨੂੰ ਆਪਾਂ ਗਟਰ ਮਾਰਜਿਨ ਕਹਿੰਦੇ ਆ। ਸੋ ਮਾਰਜਿਨ that is added to binding side of page when printing। ਇਹਦਾ ਫਾਇਦਾ ਹੁੰਦਾ ਵੀ ਜਦੋਂ ਆਪਾਂ ਨੇ ਕਿਸ ਚੀਜ਼ ਨੂੰ ਪ੍ਰਿੰਟ ਕਢਾਉਣਾ ਤਾਂ ਬਾਈਂਡਿੰਗ ਦੇ ਵਿੱਚ ਜਿਹੜਾ ਪ੍ਰਿੰਟਡ ਵਰਡਸ ਨੇ ਉਹ ਨਾ ਚਲੇ ਜਾਣ। ਸੋ ਉਨੀ ਕੁ ਜਗ੍ਹਾ ਛੱਡ ਕੇ ਜਿੰਨੀ ਜਗ੍ਹਾ ਦੇ ਉੱਤੇ ਬਾਈਂਡਿੰਗ ਹੋਣੀ ਹੁੰਦੀ ਆ ਉਹ ਜਿਹੜੀ ਜਗ੍ਹਾ ਛੱਡੀ ਹੈ ਉਹਨੂੰ ਆਪਾਂ ਗਟਰ ਮਾਰਜਿਨ ਕਹਿੰਦੇ ਆ। Typeface option will come under which menu? So typeface option on the format ਵਿੱਚ। ਬੈਕਗਰਾਉਂਡ ਕਲਰ ਹੈ ਕਹਿੰਦਾ ਕਿਸੇ ਡਾਕੂਮੈਂਟ ਦਾ ਉਹ ਕਿਸ ਚੀਜ਼ ਦੇ ਵਿੱਚ ਵਿਜ਼ੀਬਲ ਨਹੀਂ ਹੁੰਦਾ। ਸੋ ਬੈਕਗਰਾਉਂਡ ਜਿਹੜਾ ਕਲਰ ਹੈ ਉਹ ਪ੍ਰਿੰਟ ਪ੍ਰੀਵਿਊ, ਜਦੋਂ ਆਪਾਂ ਸਿਰਫ ਦੇਖਦੇ ਹਾਂ ਵੀ ਆਪਣੀ ਜਿਹੜਾ ਡਾਕੂਮੈਂਟ ਆ ਉਹ ਪ੍ਰਿੰਟ ਹੋ ਕੇ ਕਿਵੇਂ ਦਾ ਲੱਗੂ, ਸੋ ਪ੍ਰਿੰਟ ਪ੍ਰੀਵਿਊ ਦੇ ਵਿੱਚ ਬੈਕਗਰਾਉਂਡ ਕਲਰ ਡਾਕੂਮੈਂਟ ਦਾ ਵਿਜ਼ੀਬਲ ਨਹੀਂ ਹੁੰਦਾ। What is a portion of document in which you set a certain page formatting option? ਸੋ ਕਹਿੰਦੇ ਤੁਸੀਂ ਕਿਹੜੇ ਪੋਰਸ਼ਨ ਦੇ ਵਿੱਚ ਕਿਹੜੀ ਜਗ੍ਹਾ ਹੈ ਇੱਕ ਡਾਕੂਮੈਂਟ ਦੀ ਜਿੱਥੇ ਤੁਸੀਂ ਪੇਜ ਫਾਰਮੈਟਿੰਗ ਆਪਸ਼ਨਸ ਐਡ ਕਰਦੇ ਹੋ। ਸੋ ਆਪਾਂ ਕਰਦੇ ਹਾਂ ਸੈਕਸ਼ਨ ਆਪਸ਼ਨ ਨੂੰ। 30th ਹੈ which of the following is not available on the ruler of MS Word screen? ਸੋ MS Word screen ਦਾ ਜਿਹੜਾ ਰੂਲਰ ਹੈ ਉਹਦੇ ਵਿੱਚ ਕਹਿੰਦੇ ਇਹਨਾਂ ਚੋਂ ਕਿਹੜੀ ਚੀਜ਼ ਨਹੀਂ ਹੁੰਦੀ। ਸੋ ਸੈਂਟਰ ਇੰਡੈਂਟ ਨਹੀਂ ਹੁੰਦਾ, ਟੈਬ ਸਟਾਪ ਬਾਕਸ ਵੀ ਹੁੰਦਾ, ਲੈਫਟ ਇੰਡੈਂਟ ਵੀ ਹੁੰਦਾ, ਰਾਈਟ ਇੰਡੈਂਟ ਵੀ ਹੁੰਦਾ। ਗਟਰ ਪੋਜੀਸ਼ਨ ਕੈਨ ਬੀ ਸੈਟ, ਹੁਣ ਜਿਹੜੇ ਆਪਾਂ ਨੇ ਗਟਰ ਮਾਰਜਿਨ ਦੀ ਗੱਲ ਕੀਤੀ ਸੀ ਉਹਦੀ ਪੋਜੀਸ਼ਨ ਆਪਾਂ ਕਿੱਥੇ ਸੈੱਟ ਕਰ ਸਕਦੇ ਹਾਂ। ਸੋ ਇਹ ਆਪਾਂ ਲੈਫਟ ਐਂਡ ਟੌਪ, ਇਹ ਤੁਸੀਂ ਇੰਪੋਰਟੈਂਟ ਯਾਦ ਰੱਖਣਾ। ਇਹ ਜਿਹੜਾ ਹੁਣ ਅਗਲਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਰਿਪੀਟ ਹੁੰਦਾ ਐਗਜ਼ਾਮ ਦੇ ਵਿੱਚ। ਲਾਈਨ ਬ੍ਰੇਕ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਆਪਾਂ ਵਰਤਦੇ ਹਾਂ? ਸੋ ਇਹ ਵਰਤਦੇ ਆਪਾਂ ਸ਼ਿਫਟ ਪਲੱਸ ਐਂਟਰ। ਸੋ ਕਹਿੰਦੇ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ ਇੱਕ ਟਿਪ ਜਾਰ ਨਾਮ ਦਾ ਟੈਸਟਿੰਗ ਫੀਚਰ ਐਡ ਕੀਤਾ ਸੀ ਜਿਹਦੇ ਨਾਲ ਜੋ ਵੀ ਯੂਜ਼ਰਸ ਨੇ ਉਹ ਆਪਣੇ ਕਿਸੇ ਵੀ ਫੇਵਰਿਟ ਅਕਾਊਂਟਸ ਨੂੰ ਪੈਸੇ ਭੇਜ ਸਕਣ। ਸੋ ਇਹ ਸ਼ੁਰੂਆਤ ਕੀਤੀ ਸੀ ਟਵਿੱਟਰ ਨੇ, ਆਪਸ਼ਨ ਬੀ। Which one is the most suitable reason to use macro in MS Office, Word, Excel, PPT? So macro use ਕਰਨ ਦੇ ਲਈ ਕਹਿੰਦੇ ਇਹਨਾਂ ਦੇ ਵਿੱਚ ਕਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੀਜ਼ਨ ਹੈ ਆਪਾਂ ਕਿਉਂ ਯੂਜ਼ ਕਰਦੇ ਆ ਮੈਕਰੋ? ਸੋ ਆਪਾਂ ਯੂਜ਼ ਕਰਦੇ ਆ ਤਾਂ ਕਿ ਜਿਹੜੇ ਵੀ ਰੈਪੀਟੇਟਿਵ ਟਾਸਕ ਨੇ ਉਹ ਆਟੋਮੇਟ ਹੋ ਜਾਣ। ਐਂਡ ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਲੈ ਕੇ ਜੋ ਵੀ ਉਹਨਾਂ ਦੇ ਡਿਵੈਲਪਰਸ ਇਨਫੋਰਮੇਸ਼ਨ ਹੈ, ਈਅਰਸ ਨੇ, ਉਹ ਸਾਰੇ ਜਿਹੜੀ ਵੀ ਮੇਰੀ ਥਿਓਰੈਟੀਕਲ ਵੀਡੀਓ ਹੈ ਤੁਸੀਂ ਉਹਦੇ ਵਿੱਚੋਂ ਦੇਖ ਸਕਦੇ ਹੋ। ਨੈਕਸਟ ਆ ਗਿਆ Office 365 is now the most popular cloud application in the world। ਸੋ ਕਹਿੰਦੇ Office 365 ਇਹਨੇ ਡੈਬਿਊ ਕਦੋਂ ਕੀਤਾ, ਇਹ ਪਹਿਲੀ ਵਾਰੀ ਕਦੋਂ ਆਇਆ? ਸੋ ਇਹ ਆਇਆ 2011 ਵਿੱਚ। ਨੈਕਸਟ ਕਹਿੰਦੇ which of these software application ਜਿਹੜਾ ਮਾਈਕਰੋਸਾਫਟ ਆਫਿਸ ਦਾ ਪਹਿਲਾ ਵਰਜ਼ਨ ਸੀ ਇਹਨਾਂ ਵਿੱਚੋਂ ਕਿਹੜੀ ਐਪਲੀਕੇਸ਼ਨ ਉਹਦਾ ਹਿੱਸਾ ਨਹੀਂ ਸੀ? ਸੋ ਇਹ ਹੈ ਆਪਸ਼ਨ ਸੀ ਆਊਟਲੁੱਕ। ਆਊਟਲੁੱਕ ਰੀਸੈਂਟਲੀ ਹੀ ਐਡ ਕੀਤਾ ਗਿਆ ਸੀ MS ਆਫਿਸ ਵਿੱਚ।
To go to a specific location in a document we use document ਦੇ ਵਿੱਚ ਆਪਾਂ ਨੇ ਕਿਸੇ particular location ਤੇ ਜਾਣਾ ਜਗ੍ਹਾ ਤੇ ਜਾਣਾ ਤਾਂ ਆਪਾਂ ਕਿਸ ਚੀਜ਼ ਦੀ ਵਰਤੋਂ ਕਰਦੇ ਆ ਸੋ ਆਪਾਂ ਕਰਦੇ ਆ ਆਪਸ਼ਨ ਸੀ bookmark। Next ਫਿਰ ਬਹੁਤ important question ਹੈ recently ਜਿਹੜੇ exam conduct ਕੀਤਾ ਹੈ PSSB board ਨੇ ਉਹਦੇ ਵਿੱਚ ਇਹ question ਆਇਆ ਸੀ ਸੋ ਇਹ ਹੈ superscript subscript strike through ਇਹ ਕਿਸ ਚੀਜ਼ ਨੇ ਇਹ ਨੇ font ਦੇ effect। Next is we can start MS Word by typing dash in the run dialog box। So run dialog box ਦੇ ਵਿੱਚ ਆਪਾਂ ਜੀ winword.exe type ਕਰਾਂਗੇ ਤਾਂ MS Word start ਹੋ ਜਾਊਗਾ। 40th question ਹੈ ਕਹਿੰਦੇ ਜਿਹੜਾ ਵੀ ਕੋਈ Microsoft Office user ਹੈ ਉਹਨੂੰ Microsoft ਦੇ ਦੁਆਰਾ MOS ਨਾਮ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਸੋ MOS ਦੀ full form ਕੀ ਹੈ ਸੋ ਇਹਦੀ full form ਹੈ Microsoft Office Specialist। Next 41st question we can apply border to ਸੋ ਆਪਾਂ border apply ਕਰ ਸਕਦੇ ਹਾਂ cell paragraph text ਤਿੰਨੋਂ ਚੀਜ਼ਾਂ ਤੇ ਸੋ right answer is option D all of these। Next is very important for exam ਕਿਹੜੀ shortcut ਕੀ ਹੈ ਜਿਹਦੇ ਨਾਲ open dialog box MS Word ਦੇ ਅੰਦਰ ਖੁੱਲ ਸਕਦਾ ਹੈ ਸੋ ਇਹ ਹੈ Ctrl+F12 option D। Next is by default footers are printed on ਜਿਹੜੇ ਆਪਾਂ ਚਾਹੁੰਦੇ ਆ ਵੀ ਜਿਹੜੇ footers ਨੇ ਨੀਚੇ ਆਉਂਦੇ ਹੁੰਦੇ ਨੇ ਕਿਸੇ ਪੇਜ ਦੇ ਉਹ ਹਰ ਪੇਜ ਤੇ ਆਉਣ ਉਹਨਾਂ ਨੂੰ ਆਪਾਂ by default footer ਕਹਿੰਦੇ ਆ ਸੋ ਇਹ ਪ੍ਰਿੰਟ ਹੁੰਦੇ ਨੇ on all pages। Next ਹੈ name the desktop database application that is part of MS Office ਸੋ MS Office suite ਦਾ ਇੱਕ ਪਾਰਟ ਹੈ ਇਹ ਜੀ ਐਪਲੀਕੇਸ਼ਨ ਐਪ ਜਿਹੜੀ ਡੈਸਕਟਾਪ ਦੇ ਉੱਤੇ ਆਪਾਂ ਨੂੰ ਦਿਖ ਜਾਂਦੀ ਹੈ ਸੋ ਇਹ ਹੈ option B MS Access। What does the function key F12 do when you are using MS Office ਸੋ ਜਦੋਂ ਕਹਿੰਦੇ ਤੁਸੀਂ MS Office ਦੀ ਵਰਤੋਂ ਕਰ ਰਹੇ ਹੋ ਚਾਹੇ Word Excel PPT ਕੁਝ ਵੀ ਤੁਸੀਂ F12 ਦੱਬਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ open save as dialog box ਖੁੱਲ ਜਾਂਦਾ ਹੈ ਬਹੁਤ ਜ਼ਿਆਦਾ important question ਹੈ। We can keep multiple version of Word document in single file by using ਜੇ ਆਪਾਂ ਚਾਹੁੰਦੇ ਹਾਂ ਇੱਕ ਹੀ ਫਾਈਲ ਦੇ ਵਿੱਚ ਬਹੁਤ ਸਾਰੇ ਅੱਡ-ਅੱਡ ਤਰ੍ਹਾਂ ਦੇ ਵਰਜ਼ਨਸ ਆਪਣੇ ਕੋਲ ਆ ਜਾਣ ਵਰਡ ਡਾਕੂਮੈਂਟ ਦੇ ਤਾਂ ਆਪਾਂ ਕਿਹੜਾ ਫੀਚਰ ਯੂਜ਼ ਕਰਾਂਗੇ ਉਹਦੇ ਲਈ ਆਪਾਂ ਵਰਤਾਂਗੇ ਟਰੈਕ ਚੇਂਜ। What is the short key to search for any spelling mistake ਜੇ ਤੁਸੀਂ ਚਾਹੁੰਦੇ ਹੋ ਜਿਹੜਾ ਤੁਹਾਡਾ ਵਰਡ 'ਚ ਕੋਈ ਡਾਕੂਮੈਂਟ ਤਿਆਰ ਕੀਤਾ ਉਹਦੇ 'ਚ ਤੁਸੀਂ ਚੈੱਕ ਕਰਨਾ ਵੀ ਕੋਈ ਸਪੈਲਿੰਗ ਦੀ ਗਲਤੀ ਤਾਂ ਨਹੀਂ ਹੋਈ ਤਾਂ ਉੱਥੇ ਤੁਸੀਂ function key 7 ਦੱਬੋਗੇ ਤਾਂ ਤੁਸੀਂ ਚੈੱਕ ਕਰ ਸਕੋਗੇ spelling mistake। Next ਇਹਨਾਂ ਦੇ ਵਿੱਚੋਂ ਕਿਹੜਾ valid font style ਹੈ ਉਰੇ ਆਪਾਂ effect ਦੀ ਗੱਲ ਨਹੀਂ ਕਰ ਰਹੇ ਉਰੇ ਆਪਾਂ style ਦੀ ਗੱਲ ਕਰਦੇ ਹਾਂ ਸੋ style ਹੈ regular। Next is which of the following is not a kind of page margin ਸੋ ਇਹਨਾਂ ਦੇ ਵਿੱਚੋਂ ਜਿਹੜੀ page margin ਦੀ ਕਿਸਮ ਨਹੀਂ ਹੈ kind ਨਹੀਂ ਹੈ ਉਹ ਹੈ center option C ਬਾਕੀ right left top gutter margin ਇਹ ਸਾਰੀਆਂ ਦੀ ਸਾਰੀਆਂ page margins ਨੇ। Next is from where we can change the name of a user account ਇੱਕ user account ਦਾ ਆਪਾਂ ਨਾਮ ਕਿੱਥੋਂ ਬਦਲ ਸਕਦੇ ਹਾਂ ਸੋ ਉਹਦੇ ਲਈ ਆਪਾਂ ਕੀ ਖੋਲਾਂਗੇ control panel option D। Next is free of cost repair of software bug ਕਹਿੰਦੇ ਜੇ ਕਿਸੇ software ਦੇ ਵਿੱਚ ਕੋਈ problem ਆ ਜਾਵੇ ਤਾਂ ਕਿਹੜਾ ਇਹ ਜਿਹਾ free of cost मतलब बिल्कुल free repair ਕਰਨ ਦੇ ਲਈ ਇੰਟਰਨੈਟ ਦੇ ਉੱਤੇ ਇੱਕ ਚੀਜ਼ available ਹੈ software available ਹੈ ਸੋ ਉਹਦਾ ਨਾਮ ਹੈ option D patch। Next is which of the following is a correct format of email address ਆਪਾਂ ਨੇ ਕਿਸੇ ਨੂੰ ਮੇਲ ਭੇਜਣੀ ਆ ਤਾਂ ਇਹਨਾਂ ਦੇ ਵਿੱਚੋਂ ਈਮੇਲ ਭੇਜਣ ਦਾ ਸਭ ਤੋਂ ਇੱਕ ਸਹੀ ਜਿਹੜਾ ਐਡਰੈਸ ਹੈ ਉਹ ਕਿਹੜਾ ਹੈ ਸੋ ਉਹ ਹੈ option B ਪਹਿਲਾਂ ਆਪਾਂ ਜਿਹਨੂੰ ਭੇਜਣੀ ਹੈ ਉਹਦਾ ਨਾਮ ਲਿਖਾਂਗੇ ਫਿਰ @ ਫਿਰ ਜਿਹੜੀ ਵੀ ਆਪਣੇ ਵੈਬਸਾਈਟ ਦੇ ਥਰੂ Yahoo Gmail Outlook then info ਉੱਥੇ ਆਪਾਂ .com .in ਉਹ ਭਰਦੇ ਹਾਂ ਸੋ .html अब कहते .html ਦੀ ਵਰਤੋਂ ਆਪਾਂ ਕਿਸ ਚੀਜ਼ ਨੂੰ ਬਣਾਉਣ ਦੇ ਲਈ ਕਰਦੇ ਆ ਸੋ ਇਹਨੂੰ ਆਪਾਂ ਵਰਤਦੇ ਆ ਵੈਬ ਪੇਜ ਬਣਾਉਣ ਲਈ। ਨੈਕਸਟ ਹੈ ਕੰਪਿਊਟਰ ਜਾਰਗਨ WWW stands for ਸੋ ਇਹਦੀ ਫੁੱਲ ਫਾਰਮ ਹੈ World Wide Web WORM। Process of transferring file from a computer on the internet to your computer ਸੋ
ਕੰਪਿਊਟਰ ਤੋਂ ਇੰਟਰਨੈਟ ਦੇ ਜ਼ਰੀਏ ਤੁਸੀਂ ਆਪਣੇ ਕੰਪਿਊਟਰ ਦੇ ਉੱਤੇ ਕਿਸੇ ਫਾਈਲ ਨੂੰ ਟ੍ਰਾਂਸਫਰ ਕਰਨਾ ਤਾਂ ਕਹਿੰਦੇ ਉਸ ਪ੍ਰੋਸੈਸ ਨੂੰ ਤੁਸੀਂ ਕੀ ਕਹੋਗੇ? ਸੋ ਉਹਨੂੰ ਆਪਾਂ ਕਹਾਂਗੇ ਆਪਸ਼ਨ ਡੀ ਡਾਊਨਲੋਡਿੰਗ। ਸਿਮਿਲਰ ਰਿਲੇਟਡ ਕੁਐਸਚਨ ਆਇਆ ਸੀ ਪੰਜਾਬ ਪਟਵਾਰੀ ਐਗਜ਼ਾਮ ਦੇ ਵਿੱਚ। ਨੈਕਸਟ ਹੈ 56 ਇਨ ਇੰਟਰਨੈਟ ਟਰਮੀਨੋਲੋਜੀ IP ਮੀਨਸ। IP ਦਾ ਮਤਲਬ ਕੀ ਹੁੰਦਾ? IP ਦਾ ਫੁੱਲ ਫਾਰਮ ਹੈ ਇੰਟਰਨੈਟ ਪ੍ਰੋਟੋਕਾਲ। ਆਪਸ਼ਨ ਬੀ। ਅ ਵੈਬਸਾਈਟ ਫਰੰਟ ਪੇਜ ਮੇਨ ਪੇਜ। ਕਿਸੇ ਵੀ ਵੈਬਸਾਈਟ ਦਾ ਜਿਹੜਾ ਆਪਾਂ ਨੂੰ ਸਿੱਧਾ ਖੋਲਣ ਸਾਰ ਪਹਿਲਾ ਪੇਜ ਦਿਖਦਾ ਉਹਨੂੰ ਆਪਾਂ ਕੀ ਕਹਿੰਦੇ ਆ? ਸੋ ਆਪਾਂ ਉਹਨੂੰ ਕਹਿੰਦੇ ਆ ਹੋਮ ਪੇਜ। Which of the following is not a search engine? ਇਹਨਾਂ ਵਿੱਚੋਂ search engine ਕਿਹੜਾ ਨਹੀਂ ਹੈ? ਸੋ Bing, Google, Yahoo ਇਹ ਤਿੰਨੋਂ search engine ਨੇ। ਆਪਸ਼ਨ ਡੀ Windows ਇਹ operating system ਹੈ, ਇਹ search engine ਨਹੀਂ ਹੈ। ਸੋ ਕੰਪਿਊਟਰ ਲੈਂਗੁਏਜ ਦੇ ਵਿੱਚ ਲੌਗਇਨ ਨੇਮ ਪਾਸਵਰਡ ਨੂੰ ਵੈਰੀਫਾਈ ਕਰਨ ਨੂੰ ਆਪਾਂ ਕੀ ਕਹਿੰਦੇ ਆ? ਜਿਵੇਂ ਕਿਸੇ ਨੇ ਆਪਣੀ ਆਈਡੀ ਵਗੈਰਾ ਬਣਾਉਣੀ ਹੁੰਦੀ ਹੈ, ਪਹਿਲਾਂ ਆਪਣੇ ਫੋਨ ਦੇ ਉੱਤੇ ਕੋਡ ਆਉਂਦਾ, ਆਪਾਂ OTP ਭਰਦੇ ਆ, ਫਿਰ ਆਪਣੀ ਜਿਹੜੀ ਆਈਡੀ ਪਾਸਵਰਡ ਹੈ ਉਹ ਵੈਰੀਫਾਈ ਹੁੰਦਾ। ਸੋ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਆਪਸ਼ਨ ਸੀ ਔਥੈਂਟੀਕੇਸ਼ਨ। 60th ਹੈ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਦੇ ਵਿੱਚ ਜਾਣਾ। ਤੁਸੀਂ ਕੋਈ ਚੀਜ਼ ਖੋਲ ਕੇ ਦੇਖ ਲਈ, ਤੁਸੀਂ ਹੁਣ ਉੱਥੇ ਸੈਟੀਸਫਾਈ ਨਹੀਂ ਹੋ, ਉੱਥੇ ਤੁਹਾਨੂੰ ਲੱਗ ਰਿਹਾ ਕਿ ਪੂਰਾ ਮਟੀਰੀਅਲ ਨਹੀਂ ਹੈ ਜਿਹਦੀ ਤੁਸੀਂ ਸਰਚ ਕੀਤੀ ਸੀ, ਹੁਣ ਤੁਸੀਂ ਦੂਜੀ ਵੈਬਸਾਈਟ ਤੇ ਜਾ ਰਹੇ ਹੋ, ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਆਪਸ਼ਨ ਬੀ ਬਰਾਊਜ਼ਿੰਗ। ਸਿਮਿਲਰ ਰਿਲੇਟਡ ਕੁਐਸਚਨ ਆਪਾਂ ਨੇ ਡਾਊਨਲੋਡਿੰਗ ਦੇ ਨਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਪੰਜਾਬ ਪਟਵਾਰੀ ਚ ਆਇਆ ਸੀ, ਪਿੱਛੇ ਦੇਖਿਆ। ਸੋ ਇਹ ਵੀ ਕੁਐਸਚਨ ਤੁਹਾਡੇ ਲਈ ਇਕੁਅਲੀ ਇੰਪੋਰਟੈਂਟ ਹੈ। ਨੈਕਸਟ ਹੈ 64 ਕੰਪਿਊਟਰ ਮੋਨੀਟਰ ਨੂੰ ਆਪਾਂ ਹੋਰ ਕੀ ਕਹਿੰਦੇ ਆ? ਸੋ ਕੰਪਿਊਟਰ ਮੋਨੀਟਰ ਨੂੰ ਆਪਾਂ ਵਿਜ਼ੂਅਲ ਡਿਸਪਲੇ ਯੂਨਿਟ ਵੀ ਕਹਿੰਦੇ ਆ। ਆਪਸ਼ਨ ਸੀ VDU। 62 ਕਹਿੰਦੇ ਕਿਹੜਾ ਇਹੋ ਜਿਹਾ ਡਿਵਾਈਸ ਹੈ ਜਿਹਦੇ ਵਿੱਚੋਂ ਆਪਾਂ ਕੰਪਿਊਟਰ ਦੇ ਵਿੱਚ ਡੇਟਾ ਤੇ ਇਨਸਟਰਕਸ਼ਨਸ ਪਾਉਂਦੇ ਆ, ਐਂਟਰ ਕਰਦੇ ਆ? ਸੋ ਉਹ ਹੈ ਇਨਪੁਟ ਡਿਵਾਈਸ। ਆਪਸ਼ਨ ਸੀ। So next comes very important question, ਬਾਰ ਐਗਜ਼ਾਮ ਵਿੱਚ ਇਹ ਕੁਐਸਚਨ ਰਿਪੀਟ ਹੁੰਦਾ ਹੈ। ਮੈਮਰੀ ਯੂਨਿਟਸ ਨੂੰ ਆਪਾਂ ਨੇ TB, KB, GB, MB ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਗਾਉਣਾ ਹੈ। ਸੋ ਉਹਦੇ ਰਾਈਟ ਆਨਸਰ ਹੈ ਆਪਸ਼ਨ ਸੀ TB ਸਭ ਤੋਂ ਵੱਡਾ, then GB, MB and ਸਭ ਤੋਂ ਛੋਟਾ ਆ ਗਿਆ KB। ਆਉਟਪੁੱਟ ਸ਼ੋਨ ਔਨ ਕੰਪਿਊਟਰ ਮੋਨੀਟਰ। ਕੰਪਿਊਟਰ ਮੋਨੀਟਰ ਉੱਤੇ ਆਪਾਂ ਨੂੰ ਜਿਹੜਾ ਆਉਟਪੁੱਟ ਦਿਖਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ? ਸੋ ਉਹ ਹੈ ਇੱਕ ਸੌਫਟ ਕਾਪੀ। ਜਦੋਂ ਉਹਨੂੰ ਪ੍ਰਿੰਟਰ ਦੇ ਜ਼ਰੀਏ ਆਪਾਂ ਬਾਹਰ ਕਢਵਾਉਂਦੇ ਆ ਤਾਂ ਉਹ ਬਣਦੀ ਹੈ ਹਾਰਡ ਕਾਪੀ। ਸੋ ਜਿਹੜੀ ਆਪਾਂ ਨੂੰ ਕੰਪਿਊਟਰ ਮੋਨੀਟਰ ਤੇ ਦਿਖਦਾ ਹੈ ਉਹ ਕੀ ਹੈ? ਸੌਫਟ ਕਾਪੀ। ਆਪਸ਼ਨ ਸੀ। ਨੈਕਸਟ ਇਜ਼ 65 8 ਬਿਟਸ ਮੇਕਅਪ। ਸੋ 8 ਬਿਟ ਜਦੋਂ ਆਪਸ ਦੇ ਵਿੱਚ ਮਿਲਦੇ ਨੇ ਤਾਂ ਇਹ ਇੱਕ ਬਾਈਟ ਬਣਾਉਂਦੇ ਨੇ। ਆਪਸ਼ਨ ਏ। 66 which one is the result of output given by a computer? ਸੋ ਕੰਪਿਊਟਰ ਜਿਹੜਾ ਆਪਾਂ ਨੂੰ ਆਉਟਪੁੱਟ ਦਿੰਦਾ ਹੈ, ਬਾਹਰ ਰਿਜ਼ਲਟ ਕੱਢਦਾ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਸੋ ਆਪਾਂ ਉਹਨੂੰ ਕਹਿੰਦੇ ਆ ਆਪਸ਼ਨ ਸੀ ਇਨਫੋਰਮੇਸ਼ਨ। What is the intersection of column and row on a worksheet? ਜਿੱਥੇ ਕਾਲਮ ਤੇ ਰੋ ਦੀ ਇੰਟਰਸੈਕਸ਼ਨ ਆ, ਆਪਸ ਦੇ ਵਿੱਚੋਂ ਇੱਕ ਦੂਜੇ ਨੂੰ ਕ੍ਰਾਸ ਕਰਦੇ ਨੇ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਸੈੱਲ। ਆਪਸ਼ਨ ਡੀ। What type of chart is useful for comparing value over category? ਸੋ ਕਹਿੰਦੇ ਕੈਟੇਗਰੀ ਹੈ ਕੋਈ ਪਾਰਟਿਕੂਲਰ, ਉਹਦੇ 'ਚ ਕੋਈ ਵੈਲਿਊਜ਼ ਦਿੱਤੀਆਂ ਹੋਈਆਂ ਨੇ, ਆਪਾਂ ਨੇ ਐਕਸਲ ਸ਼ੀਟ ਦੇ ਵਿੱਚ ਇਹਨਾਂ ਨੂੰ ਕੰਪੇਅਰ ਕਰਨਾ, ਤਾਂ ਜਿਹੜਾ ਚਾਰਟ ਹੈ ਜਿਹਦੇ 'ਚ ਆਪਾਂ ਕੰਪੈਰੀਜ਼ਨ ਕਰਦੇ ਹਾਂ ਉਸ ਚਾਰਟ ਦਾ ਨਾਮ ਹੈ ਕਾਲਮ ਚਾਰਟ। ਐਕਸਲ ਦਾ ਕਿਹੜਾ ਇਹੋ ਜਿਹਾ ਫੰਕਸ਼ਨ ਆ ਜਿਹਦੇ 'ਚ ਆਪਾਂ ਨੂੰ ਇਹ ਪਤਾ ਲੱਗਦਾ ਵੀ ਕਿੰਨੀਆਂ ਨਿਊਮੈਰਿਕ ਐਂਟਰੀਜ਼ ਹੋਈਆਂ ਨੇ? ਸੋ ਉਹ ਆਪਾਂ ਨੂੰ ਪਤਾ ਲੱਗਦਾ ਹੈ ਕਾਊਂਟ ਕੀ ਤੋਂ। 70th a feature that displays only the data in column according to specified criteria। ਇਹ ਜਿਹਾ ਫੀਚਰ ਜਿਹਦੇ ਜ਼ਰੀਏ ਆਪਾਂ ਨੂੰ ਸਿਰਫ ਇਹ ਦੇਖਣਾ ਹੈ ਵੀ ਕਿਹੜਾ ਕਾਲਮਸ ਦੇ ਵਿੱਚ ਡੇਟਾ ਹੈ। ਸੋ ਉਹ ਆਪਾਂ ਦੇਖ ਸਕਦੇ ਹਾਂ ਫਿਲਟਰਿੰਗ ਫੀਚਰ ਦੇ ਜ਼ਰੀਏ। ਜਿਹੜੇ MS Excel ਦੇ ਫੰਕਸ਼ਨ ਨੇ ਕਹਿੰਦੇ ਉਹ ਕਿਹੜੀ ਚੀਜ਼ ਦੇ ਨਾਲ ਸ਼ੁਰੂ ਹੁੰਦੇ ਨੇ? ਸੋ ਉਹ ਇਕੁਅਲ ਸਾਈਨ ਦੇ ਨਾਲ ਸ਼ੁਰੂ ਹੁੰਦੇ ਨੇ। Which functioning Excel checks whether a condition is true or not? ਜੇ ਆਪਾਂ ਨੇ ਇਹ ਦੇਖਣਾ ਵੀ ਆਪਾਂ ਜੋ ਚੀਜ਼ ਪਾਈ ਹੈ ਕੋਈ ਕੰਡੀਸ਼ਨ ਆ ਉਹ ਸਹੀ ਹੈ ਜਾਂ ਗਲਤ ਆ, ਤਾਂ ਆਪਾਂ ਕਿਹੜੀ ਕੀ ਵਰਤਦੇ ਆ? ਉੱਥੇ ਆਪਾਂ ਵਰਤਦੇ ਆ if ਕੀ। ਐਕਸਲ ਦੇ ਵਿੱਚ ਕਹਿੰਦੇ ਜਿਹੜੇ ਕਾਲਮਸ ਨੇ ਉਹਨਾਂ ਨੂੰ ਕਿਵੇਂ ਲੇਬਲਿੰਗ ਕੀਤੀ ਹੁੰਦੀ ਹੈ, ਕਿਵੇਂ ਉਹਨਾਂ ਨੂੰ ਆਪਾਂ ਨੂੰ ਨੰਬਰਿੰਗ ਕੀਤੀ ਹੁੰਦੀ ਹੈ? ਸੋ ਕਾਲਮਸ ਹਮੇਸ਼ਾ ABC ਇਸ ਤਰ੍ਹਾਂ ਦੇ ਨਾਲ ਲੇਬਲ ਹੁੰਦੇ ਨੇ। The process of arranging the items of a column in some sequence order।
ਕਿਸੇ ਵੀ ਕਾਲਮ ਦੀਆਂ ਚੀਜ਼ਾਂ ਨੂੰ ਤਰਤੀਬਵਾਰ ਕਿਸੇ ਸੀਕੁਐਂਸ ਦੀ ਤਰ੍ਹਾਂ ਆਰਡਰ ਦੇ ਵਿੱਚ ਲਗਾਉਣਾ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ sorting, option C. The dash feature of MS Excel quickly complete a series of data. ਸੋ ਕਹਿੰਦੇ ਜੇ ਆਪਾਂ ਨੇ ਕਿਸੇ ਵੀ ਡੇਟਾ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਨਾ ਤਾਂ ਆਪਾਂ ਕਿਹੜਾ ਫੀਚਰ ਲਗਾਉਂਦੇ ਆ, ਉੱਥੇ ਆਪਾਂ ਵਰਤਦੇ ਆ auto fill. What type of chart is useful for comparing parts of a whole? ਪਹਿਲਾਂ ਆਪਾਂ ਨੇ ਪੜ੍ਹਿਆ ਸੀ ਵੀ ਕਿਸੇ ਪਾਰਟਿਕੂਲਰ ਕੈਟੇਗਰੀ ਨੂੰ ਜੇ ਕੰਪੇਅਰ ਕਰਨਾ ਤਾਂ ਕਾਲਮ ਚਾਰਟ, ਜੇ ਆਪਾਂ ਨੇ ਹੋਲ ਪੂਰੀ ਚੀਜ਼ ਦੇ ਪਾਰਟਸ ਨੂੰ ਕੰਪੇਅਰ ਕਰਨਾ ਉੱਥੇ ਆਪਾਂ ਵਰਤਦੇ ਆ ਪਾਈ ਚਾਰਟ। ਸੋ ਪਾਈ ਚਾਰਟ ਇਸ ਤਰ੍ਹਾਂ ਦੀ ਫਾਰਮ ਦਾ ਹੁੰਦਾ, ਇਹਦੇ ਵਿੱਚ ਪੂਰੀ ਚੀਜ਼ ਦੇ ਜੋ ਵੀ ਪਾਰਟਸ ਨੇ ਉਹਨਾਂ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ। ਸੋ ਨੈਕਸਟ ਹੈ ਵੀ ਐਕਸਲ ਦੀ ਇਹ ਜੀ ਕਿਹੜੀ ਜਗ੍ਹਾ ਹੈ ਨੰਬਰ 1 ਤੇ ਬੇਸਿਕ, ਜਿੱਥੇ ਤੁਸੀਂ ਸਭ ਤੋਂ ਪਹਿਲਾਂ ਡੇਟਾ ਐਂਟਰ ਕਰਦੇ ਹੋ ਵਰਕਸ਼ੀਟ ਦੇ ਵਿੱਚ, ਸੋ ਉਹ ਹੈ ਆਪਸ਼ਨ A cell. In Excel, which one denoted a range from B1 through E5? ਸੋ ਉਰੇ ਕਾਲਮ ਦੇ ਰੋਜ਼ ਬਾਰੇ ਦੱਸਿਆ ਹੋਇਆ, B1 E5 ਦੱਸਿਆ ਹੋਇਆ। ਸੋ ਕਹਿੰਦੇ ਜੇ ਆਪਾਂ ਨੇ ਇਹ ਦੇਖਣਾ ਵੀ ਰੇਂਜ ਹੈ ਜਿਹੜੀ, ਇਹ ਵੀ ਕੁਐਸਚਨ ਪੰਜਾਬ ਪਟਵਾਰੀ ਚ ਆਇਆ ਸੀ ਵੀ ਉਹ ਕਿਸ ਤਰ੍ਹਾਂ ਦੇ ਸਾਈਨ ਦੇ ਨਾਲ ਦੱਸੀ ਹੁੰਦੀ ਹੈ, ਸੋ ਉਹਦੇ ਲਈ ਆਪਾਂ ਇਹ ਕਾਲਮ ਯੂਜ਼ ਕਰਦੇ ਹਾਂ। ਸੋ ਜਿਹੜੀ ਇਹ ਰੇਂਜ ਹੈ B1 E5, ਇਹਦਾ ਸਹੀ ਆਨਸਰ ਹੈ ਆਪਸ਼ਨ B B1 E5 ਦੇ ਨਾਲ ਆਪਾਂ ਨੂੰ ਪਤਾ ਚੱਲ ਜੂ ਵੀ ਐਕਸਲ ਦੇ ਵਿੱਚ ਕਿਸੇ ਚੀਜ਼ ਦੀ ਰੇਂਜ ਕਿੰਨੀ ਹੈ। ਨੈਕਸਟ ਇਸ ਕਹਿੰਦੇ ਕਿਹੜੀ ਇਹੋ ਜਿਹੀ ਚੀਜ਼ ਆ ਜਿੱਥੇ ਆਪਾਂ ਇਲੈਕਟ੍ਰੋਨਿਕਲੀ ਕਿਸੇ ਵੀ ਡੇਟਾ ਨੂੰ ਕਲੈਕਟ ਕਰਦੇ ਆ ਇੱਕ ਸੀਰੀਜ਼ ਦੇ ਵਿੱਚ, ਉਹਨੂੰ ਆਪਾਂ ਪ੍ਰੋਪਰ ਉਹਦਾ ਰਿਕਾਰਡ ਮੇਨਟੇਨ ਕਰਕੇ ਰੱਖਦੇ ਆ, ਸੋ ਉਹਦਾ ਨਾਮ ਹੈ ਆਪਸ਼ਨ C ਡੇਟਾਬੇਸ। ਸੋ ਪ੍ਰੋਸੈਸ ਆਫ ਰਿਮੂਵਿੰਗ ਅਨਵਾਂਟਡ ਪਾਰਟ ਆਫ ਐਨ ਇਮੇਜ, ਕੋਈ ਵੀ ਫੋਟੋ ਆ ਉਹਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਪਾਰਟ ਨਹੀਂ ਚਾਹੀਦਾ ਹੁੰਦਾ ਤਾਂ ਇਹਦਾ ਆਪਾਂ ਆਮ ਤੌਰ ਤੇ ਜਿਹੜਾ ਇਹ ਫੀਚਰ ਹੈ ਇਹ ਯੂਜ਼ ਕਰਦੇ ਆ, ਇਹਨੂੰ ਆਪਾਂ ਕਹਿੰਦੇ ਆ ਆਪਸ਼ਨ C ਕ੍ਰੌਪਿੰਗ। ਟੂ ਅਪਲਾਈ ਸੈਂਟਰ ਅਲਾਈਨਮੈਂਟ ਟੂ ਅ ਪੈਰਾਗ੍ਰਾਫ, ਆਪਾਂ ਚਾਹੁੰਦੇ ਆ ਵੀ ਜਿਹੜਾ ਪੈਰਾਗ੍ਰਾਫ ਉਹਦੇ ਸੈਂਟਰ ਅਲਾਈਨਮੈਂਟ ਹੋ ਜਾਵੇ ਤਾਂ ਉਹਦੇ ਲਈ ਆਪਾਂ ਕਿਹੜੀ ਸ਼ਾਰਟਕਟ ਦੀ ਵਰਤੋਂ ਕਰਦੇ ਆ, ਸੋ ਉਹਦੇ ਲਈ ਆਪਾਂ ਸ਼ਾਰਟਕੀ ਵਰਤਦੇ ਆ Ctrl+E। ਟੈਕਸਟ ਸਟਾਈਲਿੰਗ ਫੀਚਰ ਆਫ MS Word ਇਜ਼, ਵਰਡ ਦੇ ਵਿੱਚ ਕੋਈ ਵੀ ਟੈਕਸਟ ਹੈ ਜਿਹਨੂੰ ਆਪਣੇ ਸਟਾਈਲ ਕਰਨਾ ਤਾਂ ਉਹਦੇ ਲਈ ਆਪਾਂ ਜਿਹੜਾ ਫੀਚਰ ਵਰਤਦੇ ਆ ਉਹ ਹੁੰਦਾ ਵਰਡ ਆਰਟ, ਆਪਸ਼ਨ C। ਜੇ ਕਹਿੰਦੇ ਕਿਸੇ ਵੀ ਲਾਈਨ ਦੀ ਆਪਾਂ ਨੇ ਹਾਈਟ 1.5 ਚੇਂਜ ਕਰਨੀ ਆ ਤਾਂ ਆਪਾਂ ਉਹਦੇ ਲਈ ਸ਼ਾਰਟਕੀ ਵਰਤਦੇ ਆ ਆਪਸ਼ਨ D Ctrl+5। ਨੈਕਸਟ ਕੁਐਸਚਨ ਆਪਣਾ several letter that appear little above the normal text, ਨਾਰਮਲ ਟੈਕਸਟ ਤੋਂ ਥੋੜਾ ਜਿਹਾ ਜਿਹੜੀਆਂ ਚੀਜ਼ਾਂ ਉੱਪਰ ਲੈਟਰ ਆਪਾਂ ਨੂੰ ਦਿਖਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਸੁਪਰਸਕ੍ਰਿਪਟ। Which one can be used as watermark in a Word document? ਸੋ ਆਪਾਂ ਨੇ ਕਿਸੇ ਵਰਡ ਡਾਕੂਮੈਂਟ ਦੇ ਪਿੱਛੇ ਕੁਝ ਲਗਾਉਣਾ, ਵਾਟਰਮਾਰਕ ਲਗਾਉਣਾ ਵੀ ਉਹ ਚੀਜ਼ ਪਿੱਛੇ ਛਪ ਜਾਵੇ ਤਾਂ ਬੈਕਗ੍ਰਾਉਂਡ ਦੇ ਵਿੱਚ ਕਹਿੰਦੇ ਇਮੇਜ ਹੋ ਸਕਦੀ ਹੈ ਜਾਂ ਫਿਰ ਟੈਕਸਟ ਹੋ ਸਕਦਾ ਜਾਂ ਫਿਰ ਦੋਨੋਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C both A and B। ਸੋ ਆਪਾਂ ਨੇ ਜੇ ਕੋਈ ਵਾਟਰਮਾਰਕ ਲਗਾਉਣਾ ਤਾਂ ਆਪਾਂ ਫੋਟੋ ਵੀ ਲਗਾ ਸਕਦੇ ਹਾਂ, ਕੋਈ ਲਿਖ ਕੇ ਚੀਜ਼ ਵੀ ਲਗਾ ਸਕਦੇ ਹਾਂ। ਨੈਕਸਟ ਹੈ which item appeared dimly behind the main body? ਸੋ ਬਿਲਕੁਲ ਲਾਈਟ ਡਿਮ ਜੀ ਮੇਨ ਬਾਡੀ ਦੇ ਪਿੱਛੇ ਜੇ ਆਪਾਂ ਚਾਹੁੰਦੇ ਹਾਂ ਕੋਈ ਚੀਜ਼ ਆਪਾਂ ਨੂੰ ਦਿਖੇ, ਆਪਾਂ ਨੇ ਆਪਣਾ ਕੋਈ ਨਾਮ ਵਗੈਰਾ ਲਿਖਣਾ, ਸੋ ਕਹਿੰਦੇ ਉਹਦੇ ਲਈ ਆਪਾਂ ਵਾਟਰ ਮਾਰਕ ਲਗਾਉਂਦੇ ਆ ਆਪਸ਼ਨ C। ਕਿਹੜਾ ਇਹ ਜਿਹਾ ਫੀਚਰ ਆ ਜਿਹਦੇ ਨਾਲ ਆਪਾਂ ਇੱਕ ਨਵੀਂ ਲਾਈਨ ਸਟਾਰਟ ਕਰ ਸਕਦੇ ਹਾਂ ਜਦੋਂ ਵੀ ਆਪਾਂ ਬਾਰਡਰ ਤੇ ਪਹੁੰਚਦੇ ਹਾਂ ਕਿਸੇ ਵੀ ਵਰਡ ਦੇ ਕਿਸੇ ਵੀ ਸੈਂਟੈਂਸ ਦੇ, ਸੋ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਟੈਕਸਟ ਰੈਪਿੰਗ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ, ਕਾਫੀ ਇੰਪੋਰਟੈਂਟ ਹੈ। 88th question है direction of a rectangular page for viewing and printing। सो कोई भी rectangular page आ ਉਹਨੂੰ ਆਪਾਂ ਨੇ view ਕਰਨਾ, ਦੇਖਣਾ, print ਕਢਾਉਣਾ ਤਾਂ ਆਪਾਂ ਉਹਦੀ ਜਿਹੜੀ direction ਜੇ ਬਦਲਣੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ orientation। We can remove hide border of a shape by selecting। ਸੋ ਕਿਸੇ ਵੀ ਜੇ ਆਪਾਂ ਨੇ ਸ਼ੇਪ ਦਾ ਕੋਈ ਬਾਰਡਰ ਵਗੈਰਾ ਕੋਈ ਚੀਜ਼ ਨੂੰ ਰਿਮੂਵ ਕਰਨਾ ਜਾਂ ਲੁਕਾਉਣਾ, ਹਾਈਡ ਕਰਨਾ ਤਾਂ ਆਪਾਂ ਉਹਦੇ ਲਈ ਜਿਹੜਾ ਫੀਚਰ ਵਰਤਦੇ ਆ ਉਹ ਹੁੰਦਾ no outline। We can change the thickness of a line, ਆਪਾਂ ਨੇ ਲਾਈਨ ਦੀ thickness ਵਧਾਉਣੀ ਆ ਸੋ ਉਹਦੇ ਲਈ ਆਪਾਂ ਵਰਤਦੇ ਆ line style, option D। Color and pattern used to fill a closed shape, ਕੋਈ ਵੀ ਆਪਣੇ ਕੋਲ ਬੰਦ ਸ਼ੇਪ ਆ ਚਾਹੇ ਸਰਕੂਲਰ ਆ ਰੈਕਟੈਂਗੂਲਰ ਆ, ਆਪਾਂ ਨੇ ਉਹਦਾ ਵਿਚਲਾ ਰੰਗ ਬਦਲਣਾ, ਉਹਦਾ ਪੈਟਰਨ ਬਦਲਣਾ ਤਾਂ ਉਹਦੇ ਲਈ ਆਪਾਂ ਵਰਤਦੇ ਹਾਂ fill style option।
where footnotes appear in a document ਦੇ ਵਿੱਚ footnote ਆਪਾਂ ਨੂੰ ਕਿੱਥੇ ਦਿਖਦੇ ਨੇ? ਸੋ ਇਹ ਆਪਾਂ ਨੂੰ ਪੇਜ ਦੇ ਹਮੇਸ਼ਾ ਨੀਚੇ ਬਾਟਮ ਦੇ ਵਿੱਚ ਦਿਖਦੇ ਨੇ। How will MS Word will respond in repeated word? ਜੇ ਕੋਈ word repeat ਹੋ ਰਿਹਾ ਤਾਂ MS Word ਦੇ ਵਿੱਚ ਕੀ ਹੁੰਦਾ? ਉੱਥੇ ਇੱਕ wavy ਜੀ red color ਦੀ ਆਪਾਂ ਨੂੰ line ਦਿਖਣ ਲੱਗ ਜਾਂਦੀ ਹੈ repeated word ਦੇ ਅੰਦਰ। 94th question ਹੈ What is the use of all cap feature in MS Word? MS Word ਦੇ ਵਿੱਚ ਜੇ ਆਪਾਂ all cap ਵਰਤੀਏ ਤਾਂ ਉਹਦੇ ਨਾਲ ਕੀ ਹੁੰਦਾ? ਜੋ ਵੀ ਆਪਾਂ ਨੇ ਟੈਕਸਟ ਸਿਲੈਕਟ ਕੀਤਾ ਸਾਰਾ ਕੈਪੀਟਲ ਲੈਟਰ ਦੇ ਵਿੱਚ ਬਦਲ ਜਾਊਗਾ। It changes all selected text into capital letter. To keep track of different edition of a document, which feature we will use? So ਇਹਦੇ ਲਈ ਆਪਾਂ ਵਰਤਾਂਗੇ versions. Ctrl+J ਇਹ ਸ਼ਾਰਟ ਕੀ ਵਰਤ ਕੇ ਜਿਹੜੀ ਵੀ ਆਪਣੀ ਪੈਰਾਗ੍ਰਾਫ ਦੀ ਅਲਾਈਨਮੈਂਟ ਹੈ ਜੋ ਲਿਖਿਆ ਉਹ ਜਸਟੀਫਾਈ ਹੋ ਜੂਗੀ ਅਲਾਈਨ ਜਸਟੀਫਾਈ। How to use format painter multiple time? ਜਿਹੜਾ format painter ਹੁੰਦਾ ਜਿਹਨਾਂ ਆਪਾਂ ਰੰਗ ਵਗੈਰਾ ਭਰਦੇ ਆ ਜਦੋਂ ਵੀ ਆਪਾਂ ਕੋਈ ਚੀਜ਼ words ਲਿਖ ਰਹੇ ਹੁੰਨੇ ਆ ਤਾਂ ਉਹਨੂੰ ਜੇ ਆਪਾਂ ਨੇ ਬਾਰ-ਬਾਰ multiple time use ਕਰਨਾ ਹੈ format painter ਨੂੰ ਤਾਂ ਕਹਿੰਦੇ ਤੁਸੀਂ ਉਹਦੇ ਆਈਕਨ ਦੇ ਉੱਤੇ ਡਬਲ ਕਲਿੱਕ ਕਰੋ ਉਹ ਤੁਹਾਡਾ ਜਿਹੜਾ ਕਰਸਰ ਹੈ ਉਹਦੇ ਨਾਲ ਹੀ ਉੱਪਰ ਸ਼ੋ ਹੋਣ ਲੱਗ ਜੂ। What is placed to the left of horizontal scroll bar? ਜਿਹੜਾ horizontal scroll bar ਆ ਉਹਦੀ ਖੱਬੀ ਸਾਈਡ ਦੀ ਜਿਹੜੀ ਜਗ੍ਹਾ ਹੈ ਉਹਨੂੰ ਆਪਾਂ ਕਹਿੰਦੇ ਆ view buttons। ਸੋ ਕਹਿੰਦੇ ਕੋਈ ਵੀ ਟੈਬ ਜਿਹੜੀ ਸਟਾਪ ਪੋਜੀਸ਼ਨ ਹੈ ਉਹਨੂੰ ਆਪਾਂ ਕਿਸ ਅਲਾਈਨਮੈਂਟ ਦੇ ਵਿੱਚ ਨਹੀਂ ਵਰਤ ਸਕਦੇ? ਸੋ ਜਦੋਂ ਆਪਣੀ ਅਲਾਈਨਮੈਂਟ ਜਸਟੀਫਾਈਡ ਹੈ ਉਦੋਂ ਨਹੀਂ ਵਰਤ ਸਕਦੇ। ਬੁੱਕਮਾਰਕ ਦਾ ਕੀ ਫਾਇਦਾ? What is the use of bookmark? ਬੁੱਕਮਾਰਕ ਨਾਲ ਕੀ ਹੁੰਦਾ? ਤੁਸੀਂ ਡਾਕੂਮੈਂਟ ਦੇ ਵਿੱਚ ਜੇ ਕਿਸੇ ਪਾਰਟਿਕੂਲਰ ਚੀਜ਼ ਤੇ ਜਾਣਾ ਚਾਹੁੰਦੇ ਹੋ ਉੱਥੇ ਜਾ ਸਕਦੇ ਹੋ ਸਪੈਸੀਫਿਕ ਲੋਕੇਸ਼ਨ ਤੇ। To jump to a specific location in the document. Bookmark ਹੋ ਗਿਆ hyperlink। ਇਹ ਕੁਐਸਚਨ ਅੱਜਕੱਲ ਬਾਰ-ਬਾਰ ਐਗਜ਼ਾਮ ਦੇ ਵਿੱਚ ਆ ਰਹੇ ਨੇ ਸੋ ਤੁਸੀਂ ਇਹਨਾਂ ਨੂੰ 100% ਦਿਮਾਗ 'ਚ ਰੱਖ ਕੇ ਜਾਣਾ ਵੀ ਇਹਨਾਂ ਦਾ ਕੀ ਯੂਜ਼ ਆ। ਸੋ Ctrl+G ਦੱਬਣ ਦੇ ਨਾਲ ਕੀ ਹੁੰਦਾ? ਸੋ ਇਹਦੇ ਨਾਲ ਕੀ ਹੋਊਗਾ ਤੁਸੀਂ find ਦੀ ਜਿਹੜੀ ਆਪਸ਼ਨ ਹੁੰਦੀ ਹੈ ਉਹ ਓਪਨ ਹੋ ਜਾਊਗੀ ਉਸ ਤੋਂ ਬਾਅਦ ਉਹਨੂੰ ਡਾਇਲੌਗ ਬਾਕਸ ਵਿੱਚ ਰਿਪਲੇਸ ਕਰਕੇ ਤੁਸੀਂ go to tab ਨੂੰ ਐਕਟੀਵੇਟ ਕਰ ਸਕਦੇ ਹੋ। Then ਹੈ 102 ਜੇ ਕਹਿੰਦੇ ਤੁਸੀਂ ਕੋਈ ਸਪੈਲਿੰਗ ਚੈੱਕ ਕਰਨੇ ਨੇ ਇਹਦੇ ਬਾਰੇ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੋ ਇਹ ਆਪਾਂ ਕਿਸ ਕੀ ਦੇ ਨਾਲ ਕਰ ਸਕਦੇ ਹਾਂ? ਸੋ F7 ਦੱਬ ਕੇ ਆਪਾਂ ਕੋਈ ਵੀ ਟੈਕਸਟ ਦੇ ਵਿੱਚ ਜੇ ਸਪੈਲਿੰਗ ਚੈੱਕ ਕਰਨੇ ਨੇ ਤਾਂ ਆਪਾਂ ਉਹ ਕਰ ਸਕਦੇ ਹਾਂ। How many maximum number of column can be inserted in Word document? Word document ਦੇ ਵਿੱਚ ਕੁੱਲ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਕਿੰਨੇ ਕਾਲਮ ਆਪਾਂ ਐਡ ਕਰ ਸਕਦੇ ਹਾਂ? ਸੋ ਆਪਾਂ ਕੁੱਲ 45 ਮੈਕਸਿਮਮ ਕਾਲਮ ਐਡ ਕਰ ਸਕਦੇ ਹਾਂ। ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰੀ ਸਟੂਡੈਂਟਸ ਇਦਾਂ ਦੇ ਛੋਟੇ ਕੁਐਸਚਨ ਇਗਨੋਰ ਕਰ ਦਿੰਦੇ ਨੇ ਪਰ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਉਹਨਾਂ ਦੇ ਪਰਸਪੈਕਟਿਵ ਤੋਂ ਕਿਹੜਾ ਕੁਐਸਚਨ ਇੰਪੋਰਟੈਂਟ ਹੋਵੇ। ਸੋ ਕਹਿੰਦੇ ਜਿਹੜਾ ਵੀ ਟੂਲ ਬਾਰ ਦੇ ਵਿੱਚ ਫੌਂਟ ਹੁੰਦਾ ਸਭ ਤੋਂ ਛੋਟਾ ਤੇ ਲਾਰਜੈਸਟ ਅਵੇਲੇਬਲ ਫਾਰਮੈਟਿੰਗ ਟੂਲ ਬਾਰ ਦੇ ਵਿੱਚ ਕਿੰਨਾ ਹੁੰਦਾ? ਸੋ ਇਹ ਆਪਣਾ ਕੁਐਸਚਨ 104 ਇਹਦਾ ਆਨਸਰ ਹੈ ਆਪਸ਼ਨ 3rd smallest 8 largest 72। Why drop cap is used in document? So drop cap ਆਪਾਂ ਵਰਤਦੇ ਹਾਂ ਤਾਂ ਕਿ ਆਪਾਂ ਕਿਸੇ ਪੈਰੇ ਨੂੰ ਸਟਾਰਟ ਕਰ ਸਕੀਏ ਇਨੀਸ਼ੀਅਲ ਕੈਪੀਟਲ ਲੈਟਰ ਦੇ ਨਾਲ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕੈਪੀਟਲ ਲੈਟਰ। ਮੈਕਰੋ ਦਾ ਕੀ ਮਤਲਬ ਹੈ? ਸੋ ਮੈਕਰੋ ਦਾ ਮਤਲਬ ਹੈ ਛੋਟੇ ਪੈਰਾਗ੍ਰਾਫ ਜਿਹੜੇ MS Word ਦੇ ਵਿੱਚ ਕ੍ਰੀਏਟ ਕਰਦੇ ਆ ਜਿਹਦੇ ਨਾਲ ਕੋਈ ਵੀ ਟਾਸਕ ਹੈ ਉਹਨੂੰ ਆਪਾਂ ਆਟੋਮੇਟ ਕਰ ਸਕੀਏ VBA ਦੀ ਵਰਤੋਂ ਦੇ ਨਾਲ। ਸੋ ਲਾਈਨ ਸਪੇਸਿੰਗ ਆਪਾਂ ਦੱਸਣਾ ਇਹਨਾਂ ਵਿੱਚੋਂ ਕਿਹੜੀ ਨਹੀਂ ਹੁੰਦੀ ਕਿਹੜੀ ਇਨਵੈਲਿਡ ਹੈ। ਸੋ ਇਹਨਾਂ ਦੇ ਵਿੱਚੋਂ ਟ੍ਰਿਪਲ ਲਾਈਨ ਸਪੇਸਿੰਗ ਕੋਈ ਨਹੀਂ ਹੁੰਦੀ ਸਿੰਗਲ ਹੁੰਦੀ ਹੈ ਡਬਲ ਹੁੰਦੀ ਹੈ ਮਲਟੀਪਲ ਹੁੰਦੀ ਹੈ। ਜੇ ਤੁਸੀਂ ਕਿਸੇ ਨੈਕਸਟ ਕਾਲਮ ਦੇ ਉੱਤੇ ਜੰਪ ਕਰਨਾ ਹੈ ਉਰੇ ਵਰਡ ਹੈ ਕਾਲਮ ਤਾਂ ਤੁਸੀਂ ਉੱਥੇ ਕਿਸ ਚੀਜ਼ ਦੇ ਨਾਲ ਕਰ ਸਕਦੇ ਹੋ ਇਹਨੂੰ? ਸੋ ਇਹਦਾ ਆਨਸਰ ਹੈ ਆਪਸ਼ਨ 3rd ਤੁਸੀਂ ਜਾਂ ਤਾਂ Alt+Down ਐਰੋ ਦੱਬ ਦਿਓ ਉਹਦੇ ਨਾਲ ਤੁਸੀਂ ਦੂਜੇ ਕਾਲਮ ਤੇ ਪਹੁੰਚ ਜਾਓਗੇ ਜਾਂ ਫਿਰ ਤੁਸੀਂ ਆਪਣੇ ਮਾਊਸ ਦੇ ਜ਼ਰੀਏ ਕਲਿੱਕ ਕਰਕੇ ਸਿੱਧਾ ਨੈਕਸਟ ਕਾਲਮ ਤੇ ਪਹੁੰਚੋ। ਸੋ ਇਹ ਦੋਨੋਂ ਆਪਸ਼ਨਸ ਹੀ ਸਹੀ ਨੇ। A screen element of MS Word that is usually located below title bar that provide categorized option. So ਅਲੱਗ-ਅਲੱਗ proper particular categories ਦੀ ਜਿਹੜੇ option ਮਿਲਦੀਆਂ ਨੇ MS Word ਦੇ ਵਿੱਚ title bar ਤੋਂ ਨੀਚੇ
ਉਹਦਾ ਨਾਮ ਕੀ ਹੈ? ਸੋ ਉਹਦਾ ਨਾਮ ਹੈ ਮੈਨੂ ਬਾਰ। MS Office 2019 21 ਤਰੀਕ ਨੂੰ ਰਿਲੀਜ਼ ਹੋਇਆ ਸੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਰਿਲੀਜ਼ ਹੋਇਆ ਸੀ 24 ਸਤੰਬਰ 2018 ਨੂੰ। ਸੋ ਕਹਿੰਦੇ MS Office 2019 ਤੋਂ ਬਾਅਦ ਕਿਹੜਾ ਇੱਕ ਨਵਾਂ ਜਿਹੜਾ ਫੀਚਰ ਹੈ ਉਹ ਆਇਆ ਸੀ ਜਿਹਦੇ ਨਾਲ ਆਪਾਂ ਇੰਸਟਾਲ ਕਰ ਸਕਦੇ ਹਾਂ ਐਜ਼ ਐਨ ਆਪਸ਼ਨਲ ਫੀਚਰ ਔਨ Office Installer। ਸੋ ਇਹ ਜਿਹੜੀ ਆਪਸ਼ਨ ਹੈ ਇਹ ਹੈ OneNote 2016 ਦੀ। ਨੈਕਸਟ ਇਜ਼ Office 365 ਦਾ ਨਵਾਂ ਨਾਮ ਕੀ ਹੈ? ਸੋ ਇਹਦਾ ਨਵਾਂ ਨਾਮ ਹੈ Microsoft 365। How many perpetual SKU edition of Office 2019 were released for Windows? So Windows ਦੇ ਲਈ ਕੋਈ ਸਟੂਡੈਂਟਸ ਹੈ, ਕੋਈ ਯੂਨੀਵਰਸਿਟੀਜ਼ ਨੇ, ਉਹ ਅਲੱਗ-ਅਲੱਗ ਕਿੰਨੇ ਐਡੀਸ਼ਨਸ ਦੇ ਵਿੱਚ ਇਸ ਦੀ ਵਰਤੋਂ ਕਰ ਸਕਦੀਆਂ ਨੇ? ਉਹ ਟੋਟਲ ਜਿਹੜੀਆਂ 2019 ਦੇ ਮਾਈਕਰੋਸਾਫਟ ਵਰਡ ਦੇ ਵਿੱਚ ਕੱਢੀਆਂ ਨੇ, ਕੁੱਲ ਐਡੀਸ਼ਨ ਕੱਢੀਆਂ ਨੇ 5। ਆਪਸ਼ਨ C ਇਜ਼ ਦਾ ਰਾਈਟ ਆਨਸਰ। ਸੋ ਕਹਿੰਦੇ Office 2019 ਨੂੰ ਚਲਾਉਣ ਦੇ ਲਈ ਯੂਜ਼ ਕਰਨ ਦੇ ਲਈ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਸੋ ਇਹਦਾ ਆਨਸਰ ਹੈ ਆਪਸ਼ਨ D ਐਨੀ। ਤੁਹਾਡੇ ਕੋਲ Windows 10 ਹੋਵੇ ਜਾਂ Windows Server 2019 ਜਾਂ ਫਿਰ Mac OS Mojave। ਸੋ ਇਹ ਤਿੰਨੋਂ ਨਾਮ ਤੁਸੀਂ ਯਾਦ ਰੱਖਣੇ ਆ। Which ministry is associated with new social media rule? ਜਿਹੜੇ ਆਪਾਂ ਨੂੰ ਪਤਾ ਹੈ ਨਵੇਂ IT ਰੂਲ ਆਏ ਨੇ 2021 ਦੇ, ਕਿਹੜੀ ਇੰਡੀਆ ਦੀ ਮਿਨਿਸਟਰੀ ਉਹਦੇ ਨਾਲ ਐਸੋਸੀਏਟਡ ਹੈ? ਸੋ ਉਹ ਹੈ ਆਪਸ਼ਨ B ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ। Square Inc. Square Inc. belongs to owner of which social media major? ਸੋ ਇਹ ਬਿਲੋਂਗ ਕਰਦਾ ਟਵਿੱਟਰ ਦੇ ਓਨਰ ਨੂੰ। ਸੋ ਇੱਕ ਇੰਟਰਨੈਸ਼ਨਲ ਲੈਵਲ ਦਾ ਟ੍ਰੇਡ ਕਮਿਸ਼ਨ ਆ UCFTC ਨਾਮ ਦਾ, ਇਹਨਾਂ ਨੇ ਇੱਕ ਐਂਟੀ ਟਰਸਟ ਲਾਅਸੂਟ ਕੇਸ ਫਾਈਲ ਕੀਤਾ ਸੀ ਸੋਸ਼ਲ ਮੀਡੀਆ ਦੇ ਅਗੇਂਸਟ। ਸੋ ਜਿਹੜਾ ਇਹ ਕੇਸ ਫਾਈਲ ਕੀਤਾ ਸੀ ਇਹ ਸ਼ਰਮਨ ਐਂਟੀ ਟਰਸਟ ਐਕਟ, ਇਸ ਐਕਟ ਨੂੰ ਇਨਫ੍ਰਿੰਜ ਕਰਨ ਦੇ ਲਈ ਫਾਈਲ ਕੀਤਾ ਸੀ। ਸੋ ਇਹ ਕੀਤਾ ਗਿਆ ਸੀ ਫੇਸਬੁੱਕ ਦੇ ਅਗੇਂਸਟ। WhatsApp ਤੋਂ ਬਾਅਦ ਕਹਿੰਦੇ ਕਿਹੜਾ ਹੋਰ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ ਡਿਸਅਪੀਅਰਿੰਗ ਫੀਚਰ ਆਫ ਮੈਸੇਜ, ਇਹ ਵਾਲਾ ਜਿਹੜਾ ਇੱਕ ਨਵਾਂ ਫੀਚਰ ਹੈ ਇਹ ਕੱਢਿਆ ਸੀ। ਸੋ ਇਹ ਕੱਢਿਆ WhatsApp ਤੋਂ ਬਾਅਦ Facebook ਮੈਸੇਂਜਰ ਨੇ। ਕਿਹੜਾ ਇਹ ਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੂੰ NPCI ਇੰਡੀਆ ਦੇ ਵਿੱਚ UPI ਕਰਨ ਦੇ ਲਈ ਜਿਹੜੀ ਯੂਨੀਫਾਈਡ ਪੇਮੈਂਟ ਹੁੰਦੀ ਹੈ, ਆਪਾਂ ਕਿਸੇ ਨੂੰ ਆਨਲਾਈਨ ਕੁਝ ਵੀ ਪੈਸੇ ਸਿੱਧਾ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਬੈਂਕ ਦੇ ਨਾਲ ਬਸ ਆਪਣਾ ਅਕਾਊਂਟ ਅਟੈਚ ਹੋਵੇ, ਆਪਾਂ ਡਿਜੀਟਲੀ 1 ਸੈਕਿੰਡ ਦੇ ਵਿੱਚ ਪੇਮੈਂਟ ਕਰ ਸਕਦੇ ਹਾਂ। ਸੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਇਹ ਅਪਰੂਵ ਕੀਤਾ ਹੈ WhatsApp ਦੇ ਲਈ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਸੋ WhatsApp ਦੇ ਵਿੱਚ ਜਿਹੜਾ ਨਵਾਂ ਪੇਮੈਂਟ ਦਾ ਫੀਚਰ ਆਇਆ ਇਹ ਉਹਦੇ ਬਾਰੇ ਗੱਲ ਹੋ ਰਹੀ ਹੈ। ਨੈਕਸਟ ਹੈ ਵਿਚ ਸੋਸ਼ਲ ਮੀਡੀਆ ਜਾਇੰਟ ਲਾਂਚਡ ਨਿਊ ਟੂਲ ਬਿਜ਼ਨਸ ਸੂਟ ਨਾਮ ਦਾ, ਛੋਟੇ ਲੈਵਲ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਹੈਲਪ ਕਰਨ ਦੇ ਲਈ ਕਿਹੜੇ ਸੋਸ਼ਲ ਮੀਡੀਆ ਨੇ ਇਹ ਨਵਾਂ ਟੂਲ ਲਾਂਚ ਕੀਤਾ ਹੈ? ਸੋ ਇਹ ਕੀਤਾ ਹੈ ਫੇਸਬੁੱਕ ਨੇ। ਕਿਹੜਾ ਇਹ ਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ ਕੈਂਪੇਨ ਲਾਂਚ ਕੀਤਾ ਸੀ ਇਟਸ ਬਿਟਵੀਨ ਯੂ ਇਨ ਇੰਡੀਆ? ਸੋ ਇਹ ਕੀਤਾ ਸੀ WhatsApp ਨੇ। What is the name of first social media super application to be launched in India? ਸੋ ਪਹਿਲੀ ਇੰਡੀਆ ਦੀ ਆਪਦੀ ਸੋਸ਼ਲ ਮੀਡੀਆ ਸੁਪਰ ਐਪਲੀਕੇਸ਼ਨ ਦਾ ਨਾਮ ਕੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹਦਾ ਨਾਮ ਹੈ Elements। ਨੈਕਸਟ ਇਜ਼ what is social media marketing? ਸੋ ਸੋਸ਼ਲ ਮੀਡੀਆ ਮਾਰਕੀਟਿੰਗ ਦਾ ਬੜਾ ਹੀ ਸਿੰਪਲ ਜਿਹਾ ਮਤਲਬ ਹੈ ਕਿ ਤੁਸੀਂ ਜੋ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ, ਫੇਸਬੁੱਕ ਹੈ, ਇੰਸਟਾਗ੍ਰਾਮ ਆ, ਉਹਨਾਂ ਦੇ ਜ਼ਰੀਏ ਤੁਸੀਂ ਉਹਨਾਂ ਪਲੇਟਫਾਰਮਸ ਨੂੰ ਕਮਿਊਨੀਕੇਟ ਕਰਕੇ ਜੋ ਵੀ ਉਹਨਾਂ ਨੂੰ ਯੂਜ਼ ਕਰਦੇ ਨੇ ਕਸਟਮਰ, ਉਹਨਾਂ ਪਲੇਟਫਾਰਮਸ ਦੀ ਪਰਫਾਰਮੈਂਸ ਨੂੰ ਵਧਾਉਣਾ। ਸੋ ਇਹ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਆਪਸ਼ਨ C ਇਜ਼ ਦਾ ਰਾਈਟ ਆਨਸਰ। Which social network is considered most popular? ਸੋ ਜਿੰਨੇ ਵੀ ਸੋਸ਼ਲ ਮੀਡੀਆ ਮਾਰਕੀਟਿੰਗ ਪਲੇਟਫਾਰਮ ਨੇ ਬਿਜ਼ਨਸ ਨਾਲ ਰਿਲੇਟਡ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਐਡਵਰਟਾਈਜ਼ ਕਰਦੇ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਪਪੂਲਰ ਹੈ ਉਹ ਹੈ ਫੇਸਬੁੱਕ। ਆਪਸ਼ਨ C। ਫੇਸਬੁੱਕ ਦੇ ਵਿੱਚ ਇੱਕ ਰੈਂਕਿੰਗ ਦੇਣ ਦੇ ਲਈ ਐਲਗੋਰਿਥਮ ਪਿੱਛੇ ਇੱਕ ਪ੍ਰੋਪਰ ਪੂਰਾ ਕੈਲਕੂਲੇਟਿਵ ਸਿਸਟਮ ਚੱਲਦਾ। ਸੋ ਉਸ ਸਿਸਟਮ ਦਾ ਨਾਮ ਹੈ EdgeRank। ਆਪਸ਼ਨ B। ਮਾਈਕਰੋ ਬਲੌਗਿੰਗ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਹੈ। ਸੋ ਮਾਈਕਰੋ ਬਲੌਗਿੰਗ ਤੋਂ ਕੀ ਮਤਲਬ ਆ? ਸੋ ਮਾਈਕਰੋ ਬਲੌਗਿੰਗ ਦਾ ਮਤਲਬ ਆ
blogs with limited individual post limited by character count typically, so ਜਿਵੇਂ Twitter ਵਗੈਰਾ ਉੱਥੇ micro blogging ਹੁੰਦੀ ਹੈ। What is the name of Facebook's analytic package? So Facebook ਦਾ ਜਿਹੜਾ analytic package ਹੈ ਉਹਦਾ ਨਾਮ ਹੈ Insights। What feature does LinkedIn offer for pay accounts? So LinkedIn ਜਿਹੜਾ feature offer ਕਰਦਾ pay accounts ਦੇ ਲਈ ਉਹ ਹੈ increased ability to connect directly and send message to people। So ਜਿਹੜੇ proper pay ਕਰਕੇ ਕੁਝ membership ਵਗੈਰਾ ਲੈਂਦੇ ਨੇ accounts ਉਹ ਕੀ ਕਰਦੇ ਨੇ directly ਕਿਸੇ ਨਾਲ link ਕਰਕੇ ਉਹਨਾਂ ਨੂੰ message ਭੇਜ ਸਕਦੇ ਨੇ। How is site traffic useful in evaluating marketing? So ਤੁਹਾਡਾ ਕੋਈ ਵੀ social media platform ਹੈ, ਤੁਹਾਡੀ site ਹੈ, ਉੱਥੇ ਕਿੰਨੇ ਲੋਕ visit ਕਰ ਰਹੇ ਨੇ ਉਸ ਚੀਜ਼ ਨੂੰ evaluate ਕਰਨ ਦੇ ਨਾਲ ਕਹਿੰਦੇ ਤੁਹਾਡੀ marketing ਦੇ ਵਿੱਚ ਕੀ ਫਾਇਦਾ ਹੁੰਦਾ, ਤੁਹਾਨੂੰ ਇਹ ਚੀਜ਼ ਦਾ ਕਿਵੇਂ ਪਤਾ ਲੱਗਦਾ ਕੀ ਉਹਦੀ usefulness ਹੈ। ਸੋ ਇਹਦਾ ਆਨਸਰ ਹੈ ਆਪਸ਼ਨ ਸੀ। ਜਿਹੜੀਆਂ ads ਨੇ ਉਹ receiver ਦੇ ਕੋਲ ਪਹੁੰਚਦੀਆਂ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਟਰੈਕ ਕਰ ਸਕਦੇ ਹੋ ਆਪਣੀ ਸੋਸ਼ਲ ਮੀਡੀਆ ਦੀ ਪਰਫਾਰਮੈਂਸ ਨੂੰ। ਨੈਕਸਟ ਹੈ ਸੋਸ਼ਲ ਮੀਡੀਆ ਦੇ ਲਈ ਆਪਾਂ ਹੋਰ ਕਿਹੜੀ ਟਰਮ ਯੂਜ਼ ਕਰਦੇ ਹਾਂ। ਸੋ ਇਹਦੇ ਲਈ ਆਪਾਂ ਯੂਜ਼ ਕਰਦੇ ਹਾਂ ਕੰਜ਼ਿਊਮਰ ਜਨਰੇਟਡ ਮੀਡੀਆ, ਕਿਉਂਕਿ ਆਪਾਂ ਨੂੰ ਪਤਾ ਹੈ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਇਹ ਆਪਣੇ ਆਮ ਪਬਲਿਕ ਕੰਜ਼ਿਊਮਰ ਲੋਕਾਂ ਦੇ ਨਾਲ ਹੀ ਚੱਲਦੇ ਨੇ। What is one measure a company can use to validate the usefulness of its video post on YouTube? So कोई भी YouTube ਦੇ ਉੱਤੇ video post ਪਾਈ ਹੈ ਉਹਨੂੰ ਜੇ validate ਕਰਨਾ ਹੈ ਮਤਲਬ ਇਹ ਦੇਖਣਾ ਵੀ ਉਹਨੂੰ measure ਕਰਨਾ ਉਹਨੂੰ ਮਾਪਣਾ ਵੀ ਉਹ ਕਿੰਨੀ ਫਾਇਦੇਮੰਦ ਆ ਕਿੰਨੇ ਕੁ ਲੋਕ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ ਦੇਖ ਰਹੇ ਨੇ। ਸੋ ਉਹ ਆਪਾਂ ਦੇਖਦੇ ਹਾਂ ਉਸ ਵੀਡੀਓ ਦੇ views ਤੋਂ ਵੀ ਕਿੰਨੇ ਉਸ ਵੀਡੀਓ ਤੇ views ਆਏ ਨੇ। Next ਹੈ how a company convert post on Twitter to sale। ਜੇ ਕੋਈ Twitter ਦੇ ਉੱਤੇ post ਪਾਈ ਹੈ ਤੁਸੀਂ ਉਹਨੂੰ marketing purpose ਦੇ ਲਈ convert ਕਰਵਾਉਣਾ ਤਾਂ ਤੁਸੀਂ ਕੀ ਕਰਦੇ ਹੋ create ਕਰਦੇ ਹੋ ਉਹ ਜੀ post ਨੂੰ ਜਿਹੜੀ ਜ਼ਿਆਦਾ ਤੋਂ ਜ਼ਿਆਦਾ followers ਨੂੰ ਤੁਹਾਡੀ site ਤੱਕ ਲੈ ਕੇ ਆਵੇ। So drive followers to their site। ਇਸ ਤਰ੍ਹਾਂ ਦੇ ਨਾਲ Twitter ਦੇ ਜ਼ਰੀਏ ਜਿਹੜਾ marketing ਦਾ procedure ਹੈ ਵੱਖ-ਵੱਖ companies ਦੇ ਦੁਆਰਾ ਉਹ ਕਰਵਾਇਆ ਜਾਂਦਾ ਹੈ। Next ਹੈ internet ਕੀ ਹੈ। ਸੋ internet a worldwide interconnected network ਹੈ computers ਦਾ ਇੱਕ common protocol ਦੇ ਨਾਲ ਜੁੜਿਆ ਹੁੰਦਾ ਹੈ IP address ਇੱਕ ਜਗ੍ਹਾ ਤੇ ਕਿਸੇ ਹੋਰ ਦੇ ਨਾਲ communicate ਕਰਨ ਦੇ ਲਈ। ਸੋ ਇਹ ਹੈ internet option D is the right answer। 134 facilities available on the internet। internet ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੀ facilities ਹੁੰਦੀਆਂ ਨੇ। ਸੋ ਆਪਾਂ internet ਦੀ ਮਦਦ ਦੇ ਨਾਲ ਈਮੇਲ ਭੇਜ ਸਕਦੇ ਹਾਂ ਕਿਤੇ ਵੀ ਬੈਠ ਕੇ ਪੂਰੀ ਦੁਨੀਆ 'ਚ ਲੌਗਇਨ ਕਰ ਸਕਦੇ ਹਾਂ ਫਾਈਲਾਂ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਬੀ। ਨੈਕਸਟ ਕੁਐਸਚਨ ਹੈ ਇੰਟਰਨੈਟ ਰਿਕੁਆਇਰ ਇੰਟਰਨੈਟ ਨੂੰ ਚੱਲਣ ਦੇ ਲਈ ਕੀ ਚਾਹੀਦਾ। ਸਿੰਪਲੀ ਇਹਨੂੰ ਜਿਹੜੇ ਵੀ ਕੰਪਿਊਟਰਾਂ ਦੇ ਵਿੱਚ ਚੱਲਣਾ ਆਪਸ ਦੇ ਵਿੱਚ ਉਹ ਕੰਪਿਊਟਰ ਉਸ ਇੰਟਰਨੈਟ ਨੂੰ ਚਲਾਉਣ ਦੇ ਲਈ ਜਿਹੜੇ ਰੂਲਸ ਨੇ ਕਮਿਊਨੀਕੇਟ ਕਰਨ ਦੇ ਲਈ ਉਹਨਾਂ ਦੇ ਉੱਤੇ ਅਗਰੀ ਕਰਨ ਮਤਲਬ ਜੋ ਵੀ ਉਹ ਐਡਰੈਸ ਹੈ ਜਿਹੜਾ ਵੀ ਉਸ ਇੰਟਰਨੈਟ ਦਾ ਕੋਈ ਵੀ IP ਐਡਰੈਸ ਹੈ ਉਹ ਬੈਂਡ ਨਾ ਹੋਵੇ ਦੂਜੇ ਕੰਪਿਊਟਰ ਤੇ। ਈਚ ਕੰਪਿਊਟਰ ਕਨੈਕਟਡ ਟੂ ਦ ਇੰਟਰਨੈਟ ਮਸਟ ਜਿਹੜਾ ਵੀ ਕੰਪਿਊਟਰ ਇੰਟਰਨੈਟ ਦੇ ਨਾਲ ਕਨੈਕਟਡ ਹੈ ਉਹਦੇ ਵਿੱਚ ਕੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਉਹਦਾ ਇੱਕ ਆਪਣਾ ਵੱਖਰਾ ਯੂਨੀਕ IP ਐਡਰੈਸ ਹੋਣਾ ਚਾਹੀਦਾ ਹੈ। IP ਐਡਰੈਸ ਦੀ ਮਦਦ ਦੇ ਨਾਲ ਹੀ ਆਪਾਂ ਨੇ ਇੰਟਰਨੈਟ ਟੌਪਿਕ ਦੇ ਵਿੱਚ ਪੂਰਾ ਡੀਪਲੀ ਡਿਸਕਸ ਕੀਤਾ ਸੀ ਕਿ ਕੰਪਿਊਟਰ ਚੱਲ ਸਕਦਾ ਹੈ ਇੰਟਰਨੈਟ ਦੇ ਨਾਲ। XML ਦੀ ਕਹਿੰਦੇ ਐਡਵਾਂਟੇਜ ਕੀ ਹੈ HTML ਦੇ ਨਾਲੋਂ। ਸੋ ਉਰੇ ਓਵਰ ਮਤਲਬ HTML ਨਾਲੋਂ ਆਪਾਂ ਨੇ XML ਦੀ ਐਡਵਾਂਟੇਜ ਦੱਸਣੀ ਹੈ। ਸੋ 137 ਦਾ ਰਾਈਟ ਆਨਸਰ ਹੈ ਆਪਸ਼ਨ B। ਸੋ ਜਿਹੜਾ XML ਹੈ it allow processing of data stored in web page। it uses meaningful tag which aid in understanding nature of document। ਆਪਾਂ ਨੂੰ document ਦਾ ਪਤਾ ਚੱਲਦਾ ਕਿਸ ਤਰ੍ਹਾਂ ਦਾ। it is simpler than HTML। ਇਹ ਗਲਤ ਹੈ HTML ਨਾਲੋਂ simpler ਨਹੀਂ ਹੈ। it separate presentation and structure of data। ਇਹ ਵੀ ਬਿਲਕੁਲ ਸਹੀ ਹੈ। ਸੋ ਇਹਦਾ right answer ਹੈ 1, 2 and 4। in order to interpret XML document one should ਜੇ ਆਪਾਂ ਨੇ XML format ਦੇ documents ਨੂੰ ਪੜ੍ਹਨਾ ਸਮਝਣਾ interpret ਕਰਨਾ ਤਾਂ ਆਪਾਂ ਨੂੰ ਉਹਦੇ ਲਈ ਕੀ ਚਾਹੀਦਾ ਉਹਦੇ ਲਈ have a document type definition which define the tag। ਤੁਹਾਡੇ ਕੋਲ proper ਇੱਕ definitions ਦਾ ਚਾਰਟ ਹੋਣਾ ਚਾਹੀਦਾ ਜਿਹਦੇ 'ਚ ਤੁਹਾਨੂੰ ਪਤਾ ਲੱਗੇ ਵੀ ਜੋ XML ਦੇ ਵਿੱਚ words use ਕੀਤੇ ਨੇ
ਉਹਨਾਂ ਵਰਡ ਦਾ ਅਸਲੀ ਮਤਲਬ ਕੀ ਨਿਕਲਦਾ ਹੈ। XML ਦਾ ਮਤਲਬ ਕੀ ਹੈ, ਇਹਦੀ ਫੁੱਲ ਫਾਰਮ ਕੀ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। Extended Markup Language, option C is the right answer। SGML ਦੀ ਫੁੱਲ ਫਾਰਮ ਕੀ ਹੈ, Standard Generalized Markup Language। HTML ਕਿਸ ਚੀਜ਼ ਨੂੰ ਯੂਜ਼ ਕਰਦੀ ਹੈ, Fixed Tag Defined by the Language। ਜਿਹੜੀ ਲੈਂਗੁਏਜ ਨੇ, ਕੰਪਿਊਟਰ ਲੈਂਗੁਏਜ ਨੇ ਕੋਈ ਪੱਕੇ ਟੈਗ ਰੱਖੇ ਹੋਏ ਨੇ। XML ਦੇ ਵਿੱਚ ਕੀ ਹੈ ਕਿ ਆਪਾਂ ਨੂੰ ਅਲੱਗ-ਅਲੱਗ ਤੋਂ ਜੋ ਵੀ ਡੈਫੀਨੇਸ਼ਨਸ ਨੇ ਉਹਨਾਂ ਦੇ ਟੈਗਸ ਦੇ ਮਤਲਬ ਲੱਭਣੇ ਪੈਂਦੇ ਨੇ। HTML ਦੇ ਵਿੱਚ ਪ੍ਰੋਪਰ ਫਿਕਸਡ ਟੈਗਸ ਨੇ। HTML ਦੀ ਫੁੱਲ ਫਾਰਮ ਕੀ ਹੈ, ਸੋ ਇਹਦੀ ਫੁੱਲ ਫਾਰਮ ਵੀ ਬਹੁਤ ਇੰਪੋਰਟੈਂਟ ਹੈ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇੰਟਰਨੈਟ ਐਡਰੈਸ ਮਸਟ ਆਲਵੇਜ਼ ਹੈਵ ਐਟਲੀਸਟ, ਸੋ ਜਿਹੜਾ ਵੀ ਇੰਟਰਨੈਟ ਦਾ ਐਡਰੈਸ ਹੈ, IP ਐਡਰੈਸ ਹੈ, ਉਹਦੇ ਵਿੱਚ ਕਹਿੰਦੇ ਕੀ ਹੋਣਾ ਚਾਹੀਦਾ, ਐਟਲੀਸਟ ਮੀਨਸ ਘੱਟ ਤੋਂ ਘੱਟ ਉਹਦੇ ਵਿੱਚ ਕੀ ਹੋਣਾ ਚਾਹੀਦਾ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ C। ਸੋ ਇਹਦੇ ਵਿੱਚ ਇੱਕ ਤਾਂ ਕੰਟਰੀ ਦਾ ਨੇਮ ਜਾਂ ਆਰਗੇਨਾਈਜੇਸ਼ਨ ਦੀ ਟਾਈਪ ਹੋਣੀ ਚਾਹੀਦੀ ਹੈ, ਨਾਲ ਹੀ ਤੁਹਾਡਾ ਨੇਮ ਆਫ ਦਾ ਆਰਗੇਨਾਈਜੇਸ਼ਨ। A piece of icon or image on web page associated with another web page, ਸੋ ਕਹਿੰਦੇ ਕਿਸੇ ਵੀ ਤੁਸੀਂ ਵੈਬ ਪੇਜ ਨੂੰ ਖੋਲਿਆ, ਉਹਦੇ ਤੇ ਤੁਹਾਨੂੰ ਛੋਟਾ ਜਿਹਾ ਕੋਈ ਆਈਕਨ ਜਾਂ ਇਮੇਜ ਦਿਖੂ ਜਿਹੜੀ ਤੁਹਾਨੂੰ ਦੂਜੇ ਵੈਬ ਪੇਜ ਤੱਕ ਲੈ ਕੇ ਜਾਊ। ਸੋ ਇਹ ਹੈ ਹਾਈਪਰਲਿੰਕ, ਆਪਸ਼ਨ B। ਵੈਰੀ ਇੰਪੋਰਟੈਂਟ ਕੁਐਸਚਨ, ਯੂ ਮਸਟ ਮਾਰਕ ਦਿਸ ਸਟਾਰ। What is a web browser? ਵੈਬ ਬਰਾਊਜ਼ਰ ਕੀ ਹੁੰਦਾ? ਸੋ ਵੈਬ ਬਰਾਊਜ਼ਰ ਕੀ ਹੈ, ਇੱਕ ਇਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਡਿਸਪਲੇ ਕਰਦਾ ਇੱਕ ਵੈਬ ਪੇਜ ਨੂੰ। ਦੈਨ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ HTML ਡਾਕੂਮੈਂਟਸ ਦੇਖ ਸਕਦੇ ਹਾਂ। ਵੈਬ ਬਰਾਊਜ਼ਰ ਜਿਵੇਂ ਆਪਣਾ ਇੰਟਰਨੈਟ ਐਕਸਪਲੋਰਰ ਹੋ ਗਿਆ, ਗੂਗਲ ਕ੍ਰੋਮ, ਓਪਰਾ, ਮੋਜ਼ਿਲਾ ਫਾਇਰਫੌਕਸ, ਕੁਛ ਵੀ ਜਿਹਦੇ ਵਿੱਚ ਵੀ ਆਪਾਂ ਕੋਈ ਚੀਜ਼ ਲੱਭਦੇ ਹਾਂ, ਕੋਈ ਵੈਬਸਾਈਟ ਲੱਭਦੇ ਹਾਂ, ਕੋਈ ਡਾਕੂਮੈਂਟ ਸਰਚ ਕਰ ਸਕਦੇ ਹਾਂ HTML ਫਾਰਮੈਟ ਦਾ। ਆਪਾਂ ਵੱਖ-ਵੱਖ ਤਰ੍ਹਾਂ ਦੇ ਇੰਟਰਨੈਟ ਦੀ ਮਦਦ ਦੇ ਨਾਲ ਰਿਸੋਰਸਿਸ ਵੱਲ ਜਾ ਸਕਦੇ ਹਾਂ। ਸੋ ਵੈਬ ਬਰਾਊਜ਼ਰ ਇਹ ਤਿੰਨੋਂ ਚੀਜ਼ਾਂ ਨੇ, ਆਪਸ਼ਨ D is the right answer, all the above। URL ਦੀ ਫੁੱਲ ਫਾਰਮ ਹੈ Uniform Resource Locator। Which of the following is not used to generate dynamic web page? ਸੋ ਕਿਹੜੀ ਇਹ ਜਿਹੀ ਚੀਜ਼ ਆ ਜਿਹਦੀ ਆਪਾਂ ਵਰਤੋਂ ਨਹੀਂ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਵੈਬ ਪੇਜ ਖੋਲਣ ਦੇ ਲਈ? ਸੋ ਉਹ ਹੈ CSS। Which of the following is a social network? ਇਹਨਾਂ ਦੇ ਵਿੱਚੋਂ social network ਕਿਹੜਾ ਹੈ? Twitter, option D। Which of the following is an instant messaging application? ਸੋ ਇਹ ਕੁਐਸਚਨ ਦੁਬਾਰਾ ਰਿਪੀਟ ਹੋ ਰਿਹਾ ਹੈ। ਸੋ ਇਹ ਤਿੰਨੋਂ ਹੀ instant messaging applications ਨੇ, WhatsApp, Google Talk, Viber। 150th, Twitter is generally used for। Twitter ਆਪਾਂ generally ਆਮ ਤੌਰ ਤੇ ਕਿਸ ਚੀਜ਼ ਲਈ ਵਰਤਦੇ ਹਾਂ? ਸੋ ਇਹਨੂੰ ਆਪਾਂ ਸੋਸ਼ਲ ਨੈਟਵਰਕਿੰਗ ਦੇ ਲਈ ਵਰਤਦੇ ਹਾਂ। ਇਹਨਾਂ ਵਿੱਚੋਂ ਸਰਚ ਇੰਜਨ ਕਿਹੜਾ ਨਹੀਂ ਹੈ? ਇਹ ਕੁਐਸਚਨ ਵੀ ਰਿਪੀਟ ਹੋ ਰਿਹਾ ਹੈ। ਸੋ ਇਹਨਾਂ ਵਿੱਚੋਂ ਵਿੰਡੋ ਸਰਚ ਇੰਜਨ ਨਹੀਂ ਹੈ, ਆਪਾਂ ਨੇ ਪੜ੍ਹਿਆ ਸੀ ਵਿੰਡੋਜ਼ ਇਜ਼ ਐਨ ਆਪਰੇਟਿੰਗ ਸਿਸਟਮ। ਨੈਕਸਟ ਇਜ਼ ਇੱਕ ਪ੍ਰੋਸੈਸ ਕੀ ਹੈ? ਕੰਪਿਊਟਰ ਦੀ ਭਾਸ਼ਾ ਦੇ ਵਿੱਚ ਪ੍ਰੋਸੈਸ ਹੈ ਇਹੋ ਜਿਹਾ ਪ੍ਰੋਗਰਾਮ ਜਿਹੜਾ ਚੱਲ ਰਿਹਾ, ਐਗਜ਼ੀਕਿਊਸ਼ਨ ਦੇ ਵਿੱਚ ਹੈ। ਇਨਫੋਰਮੇਸ਼ਨ ਦਾ, ਕੰਪਿਊਟਰ ਇਨਫੋਰਮੇਸ਼ਨ ਦਾ ਸਭ ਤੋਂ ਛੋਟਾ ਯੂਨਿਟ, ਸਮੋਲੈਸਟ ਯੂਨਿਟ ਕੀ ਹੈ? ਸੋ ਉਹ ਹੈ ਅ ਬਿਟ। ਕਹਿੰਦੇ ਕਿਹੜੀ ਇਹੋ ਜਿਹੀ ਟਰਮ ਹੈ, ਵਰਡ ਹੈ ਜਿਹਦੀ ਆਪਾਂ ਵਰਤੋਂ ਕਰਦੇ ਹਾਂ for temporary storage area that compensate for difference in data rate and data flow। ਕਹਿੰਦੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਵੇਟ ਕਰਦੇ ਹੁੰਦੇ ਆ ਟੈਂਪਰੇਰੀ ਥੋੜੇ ਸਮੇਂ ਦੇ ਲਈ ਵੀ ਕੋਈ ਚੀਜ਼ ਸਟਾਰਟ ਹੋਊਗੀ, ਉਹਦੇ ਤੇ ਜਿੰਨਾ ਡੇਟਾ ਆਪਾਂ ਨੂੰ ਚਾਹੀਦਾ, ਫਲੋ ਚਾਹੀਦਾ, ਉਹਨਾਂ ਆ ਨਹੀਂ ਰਿਹਾ, ਉਦੋਂ ਆਪਾਂ ਕਹਿੰਦੇ ਆ ਬਫਰ। ਆਪਾਂ ਬਹੁਤ ਵਾਰੀ ਕਹਿੰਦੇ ਆ ਕਿ ਹਜੇ ਬਫਰਿੰਗ ਹੋ ਰਹੀ ਹੈ, ਹਜੇ ਉਹ ਚੀਜ਼ ਲੋਡ ਹੋ ਰਹੀ ਹੈ। ਸੋ ਉਹਦੇ ਲਈ ਲੋਡਿੰਗ ਦੇ ਲਈ ਜਿਹੜੀ ਕੰਪਿਊਟਰ ਭਾਸ਼ਾ ਹੈ ਉਹਦੇ 'ਚ ਆਪਾਂ ਵਰਡ ਵਰਤਦੇ ਆ ਬਫਰ। How many color dots make up one color pixel? ਇੱਕ ਸਕਰੀਨ ਦੇ ਉੱਤੇ ਇੱਕ ਕਲਰ ਪਿਕਸਲ ਕਿੰਨੀਆਂ ਕਲਰ ਡਾਟ ਮਿਲ ਕੇ ਬਣਾਉਂਦੀਆਂ ਨੇ? ਸੋ ਇਹਦਾ ਆਨਸਰ ਹੈ ਆਪਸ਼ਨ 4th 3। ਨੈਕਸਟ ਇਜ਼ ਹਾਊ ਇਜ਼ ਦ ਡੇਟਾ ਸਟੋਰਡ ਔਨ ਅ ਡਿਸਕ? ਸੋ ਕਿਸੇ ਵੀ ਡਿਸਕ ਦੇ ਵਿੱਚ ਜਿਵੇਂ CD ਵਗੈਰਾ ਵੀ ਹੋਗੀ, ਉਹਦੇ ਵਿੱਚ ਡੇਟਾ ਕਿਵੇਂ ਸਟੋਰ ਹੁੰਦਾ? ਸੋ ਉਹ ਹੁੰਦਾ ਆਪਸ਼ਨ 3 ਮੈਗਨੇਟਿਜ਼ਮ ਦੀ ਮਦਦ ਦੇ ਨਾਲ। Which of the following natural element is the primary element in computer chip? So कोई भी computer chip है ਉਹਦੇ 'ਚ ਜਿਹੜੀ ਤੁਹਾਨੂੰ main ਚੀਜ਼ ਦਿਖੂਗੀ ਉਹ ਹੁੰਦੀ ਹੈ silicon। Which of the following program enable you to calculate number related to rows and column? So ਜੇ ਤੁਸੀਂ rows and column ਦੇ numbers ਨੂੰ calculate ਕਰਨਾ
तो तुसी कित्थे जाओगे, तुसी जाओगे स्प्रैडशीट प्रोग्राम विच। स्प्रैडशीट कित्थे हुंदी है, एक्सेल दे विच। Which of the following is an output device जो तुहानू चीज़ां बाहर कढ के दहे, सो वो है output VDU, Visual Display Unit। ये आपां ने पढ़िया सी कंप्यूटर मॉनिटर। Which of the following is an input device, इन्ना जो input डिवाइस केड़ा है, माउस। मतलब तुसी बाहरों क्लिक कर दियो, उहदे नाल अंदर वो जिहड़ा फंक्शन है वो परफॉर्म हुंदा है। बूटिंग दा मतलब की है, बूटिंग दा मतलब है कंप्यूटर दा रीस्टार्ट होना, ऑप्शन ए। Which of the following group contain graphical file extension? So जे तुसी कोई graphical कोई image file extensions करनियां ने तो उन्हां दे पिछे केड़े-केड़े word लिखे हुंदे ने? So ਇਹਦਾ सही उत्तर है option D, JPG लिखा होगा या GIF या फिर BMP। सो 4 किलोबाइट ਦੇ ਵਿੱਚ ਕਿੰਨੀਆਂ ਬਾਈਟਸ ਹੁੰਦੀਆਂ ਨੇ? ਸੋ ਇਹਦਾ ਸਹੀ ਉੱਤਰ ਹੈ 4096। ਇਹ ਕੁਐਸਚਨ ਬਾਈਟਸ ਵਾਲੇ, ਕਿਲੋਬਾਈਟਸ ਵਾਲੇ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਆ। Which type of program acts an intermediary between user of a computer and computer hardware? So user ਜਿਹੜਾ ਚਲਾ ਰਿਹਾ ਤੇ ਜਿਹੜਾ ਕੰਪਿਊਟਰ ਅੰਦਰ ਚੀਜ਼ਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਜੋ ਆਪਸ ਦੇ ਵਿੱਚ ਮਿਲਾ ਕੇ ਰੱਖਦਾ ਇੰਟਰਮੀਡੀਏਰੀ ਹੈ ਉਹ ਹੈ ਆਪਣਾ ਕੰਪਿਊਟਰ ਦਾ ਆਪਰੇਟਿੰਗ ਸਿਸਟਮ। DRAM ਦੀ ਫੁੱਲ ਫਾਰਮ ਹੈ ਡਾਇਨਾਮਿਕ ਰੈਂਡਮ ਐਕਸੈਸ ਮੈਮਰੀ। Which of the following software application would be most appropriate for performing? So numerical ਤੇ ਜੇ statistical calculations ਕਰਨੀਆਂ ਨੇ ਤਾਂ ਇਹਨਾਂ ਵਿੱਚੋਂ ਕਿਹੜਾ ਐਪ ਹੈ ਜਿਹਦੀ ਵਰਤੋਂ ਆਪਾਂ ਕਰ ਸਕਦੇ ਹਾਂ? ਸੋ ਉਹ ਆਪਾਂ ਕਰਾਂਗੇ spreadsheet। Which of the following is not considered hardware? इन्ना जो hardware केड़ी चीज नहीं है, so operating system hardware नहीं है, बाकी ये तीनों hardware है। Which of the following is exclusively a sequential access storage data? So इन्ना विचों है magnetic tape। मेन कंप्यूटर सिस्टम दे 5 ਜਿਹੜੇ ਸਹੀ ਅਸਲੀ ਸਭ ਤੋਂ ਜ਼ਰੂਰੀ ਕੰਪੋਨੈਂਟ ਨੇ ਕਿਸੇ ਵੀ ਕੰਪਿਊਟਰ ਸਿਸਟਮ ਦੇ ਉਹ ਕਿਹੜੇ-ਕਿਹੜੇ ਨੇ? ਸੋ ਉਹ ਹੈ CPU, memory, system bus, input output। So option 4th is the right answer। ਹੁਣ ਆਪਾਂ ਨੇ ਦੱਸਣਾ ਇਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਹੈ ਟੈਂਪਲੇਟ ਦੇ ਰਿਗਾਰਡਿੰਗ। ਟੈਂਪਲੇਟ ਕੀ ਹੁੰਦਾ? ਟੈਂਪਲੇਟ ਨੂੰ ਪ੍ਰਿਪੇਅਰ ਕੀਤਾ ਜਾਂਦਾ ਹੈ ਵਰਡ ਪ੍ਰੋਸੈਸਿੰਗ ਪੈਕੇजेस ਦੇ ਜ਼ਰੀਏ। ਸੋ ਟੈਂਪਲੇਟ ਨੂੰ ਲੈ ਕੇ ਜਿਹੜੀ ਆਪਸ਼ਨ ਸਹੀ ਹੈ ਉਹ ਹੈ ਫਰਸਟ, ਐਨੀ ਡਾਕੂਮੈਂਟ ਕੈਨ ਬੀ ਸੇਵਡ ਐਜ਼ ਅ ਟੈਂਪਲੇਟ। ਕੋਈ ਵੀ ਡਾਕੂਮੈਂਟ ਹੈ ਉਹਨੂੰ ਆਪਾਂ ਟੈਂਪਲੇਟ ਦੇ ਤੌਰ ਤੇ ਸੇਵ ਕਰਕੇ ਰੱਖ ਸਕਦੇ ਹਾਂ। ਸੋ ਇੰਨਾ ਜੋ ਆਪਾਂ ਨੇ ਦੱਸਣਾ ਹੈ ਵਰਮ ਵਾਇਰਸ ਦੀ ਡਿਸਕ੍ਰਿਪਸ਼ਨ ਸਹੀ ਤਰੀਕੇ ਦੇ ਨਾਲ ਕਿਹੜੀ ਆਪਸ਼ਨ ਦੇ ਰਹੀ ਹੈ। ਸੋ ਵਰਮ ਵਾਇਰਸ ਕੀ ਹੈ? ਇਹ ਆਪਣੇ ਆਪ ਨੂੰ ਇੰਟਰਨੈਟ ਜਾਂ ਫਿਰ ਜਿਹੜੀ ਆਪਣੀ ਈਮੇਲ ਹੁੰਦੀ ਹੈ ਉਹਦੇ ਥਰੂ ਆਪਣੇ ਸਿਸਟਮ ਦੇ ਵਿੱਚ ਐਡ ਕਰਦੇ ਆ। ਸੋ ਇਟ ਪ੍ਰੋਪਾਗੇਟ ਥਰੂ ਇੰਟਰਨੈਟ ਐਂਡ ਈਮੇਲ। ਨੈਕਸਟ ਹੈ ਆਪਾਂ ਨੇ ਦੱਸਣਾ ਹੈ ਬ੍ਰਾਊਜ਼ਰ ਸੌਫਟਵੇਅਰ ਇਹਨਾਂ ਦੇ ਵਿੱਚੋਂ ਕਿਹੜਾ ਹੈ। ਸੋ ਇੰਟਰਨੈਟ ਐਕਸਪਲੋਰਰ ਇੱਕ ਵੈਬ ਬ੍ਰਾਊਜ਼ਰ ਦੀ ਐਗਜ਼ਾਮਪਲ ਹੈ। ਨੈਕਸਟ ਕੁਐਸਚਨ ਹੈ ਕਹਿੰਦੇ ਕਿਹੜਾ ਪ੍ਰਿੰਟਰ ਹੈ ਜਿਹੜਾ ਸਪ੍ਰੌਕੇਟ ਫੀਡ ਕਾਰਬਨ ਕਾਪੀ ਕੱਢਣ ਦੇ ਲਈ ਸਭ ਤੋਂ ਜ਼ਿਆਦਾ ਸੂਟੇਬਲ ਹੈ, ਬੈਸਟ ਮੰਨਿਆ ਜਾਂਦਾ? ਸੋ ਉਹ ਹੈ ਆਪਸ਼ਨ 3rd ਡਾਟ ਮੈਟ੍ਰਿਕਸ ਪ੍ਰਿੰਟਰ। ਨੈਕਸਟ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਮਾਡਰਨ ਪ੍ਰਿੰਟਰ ਹੈ ਕੋਈ ਵੀ ਉਹਦੀ ਜੇ ਆਪਾਂ ਨੇ ਸਪੀਡ ਆਪਾਂ ਨੇ ਮੈਜ਼ਰ ਕਰਨੀ ਹੈ, ਮਾਪਣੀ ਹੈ ਤਾਂ ਉਹ ਆਪਾਂ ਮਾਪਦੇ ਹਾਂ PPM ਦੇ ਵਿੱਚ। Which of the following language computer understands? So computer हमेशा binary language ਨੂੰ ਸਮਝਦਾ ਹੈ। VDU ਇਹਦੀ full form ਕੀ ਹੈ? Option D Visual Display Unit। EEPROM ਬਹੁਤ ਵਾਰੀ ਐਗਜ਼ਾਮ ਦੇ ਵਿੱਚੋਂ ਕੁਐਸਚਨ ਰਿਪੀਟ ਹੋਇਆ, ਸੋ ਇਹਦੀ full form ਹੈ Option B Electrically Erasable Programmable Read Only Memory। ਸੋ ਨੈਕਸਟ ਹੈ ਇਹਨਾਂ ਦੇ ਵਿੱਚੋਂ non volatile memory chip ਕਿਹੜੀ ਹੈ? ਸੋ ਇਹ ਹੈ option A EEPROM। In which of the following second generation computer was based? ਸੋ second generation ਜਿਹੜੇ ਕੰਪਿਊਟਰ ਆਏ ਸੀ ਉਹ ਟ੍ਰਾਂਜ਼ਿਸਟਰ ਬੇਸਡ ਸੀ ਤੇ ਜਿਹੜੇ first generation ਕੰਪਿਊਟਰ ਸੀ ਉਹ ਸੀ ਵੈਕਿਊਮ ਟਿਊਬਸ ਵਾਲੇ। ਸੋ in which of the following computer generation vacuum tubes were used? ਸੋ ਇਹਦਾ ਆਨਸਰ ਹੋਊਗਾ first generation। ਸਿੰਗਲ ਡਾਟ ਔਨ ਅ ਕੰਪਿਊਟਰ ਸਕਰੀਨ, ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਇੱਕ ਸਿੰਗਲ ਡਾਟ ਨੂੰ ਆਪਾਂ ਇਹਨੂੰ ਕਹਿੰਦੇ ਆ ਪਿਕਸਲ। Which of the following command cannot be used to work on a file? ਕੋਈ ਵੀ ਫਾਈਲ ਹੈ ਉਹਦੇ ਤੇ ਕਹਿੰਦੇ ਇਹਨਾਂ ਚੋਂ ਕਿਹੜੀ ਕਮਾਂਡ ਕੰਮ ਨਹੀਂ ਕਰਦੀ?
ਸੋ ਇਹਦਾ ਉੱਤਰ ਹੈ ਆਪਸ਼ਨ 4। ਇਹ ਤਿੰਨੋਂ ਕਮਾਂਡ ਹੀ ਫਾਈਲ ਦੇ ਉੱਤੇ ਕੰਮ ਕਰਦੀਆਂ। Which of the following language was used in first generation computer? ਜਿਹੜੇ ਵੈਕਿਊਮ ਵਾਲੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀ ਉਹਨਾਂ ਦੇ ਵਿੱਚ ਮਸ਼ੀਨ ਲੈਂਗੁਏਜ ਵਰਤੀ ਜਾਂਦੀ ਸੀ। ਕੰਪਿਊਟਰ ਦਾ ਬ੍ਰੇਨ ਕਿਹਨੂੰ ਕਹਿੰਦੇ ਆ? ਇਹ ਤਾਂ ਬਹੁਤ ਵਾਰੀ ਕੁਐਸਚਨ ਆਪਾਂ ਨੇ ਆਮ ਤੌਰ ਤੇ ਦੇਖਿਆ ਹੈ। ਸੋ CPU ਨੂੰ ਆਪਾਂ ਕਹਿੰਦੇ ਆ ਬ੍ਰੇਨ ਆਫ ਦਾ ਕੰਪਿਊਟਰ। The output which consists of image, video, sound, ਇਹਦੇ ਨਾਲ ਰਿਲੇਟਡ ਵੀ ਕੁਐਸਚਨ ਰੀਸੈਂਟਲੀ ਪੰਜਾਬ ਪਟਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਸੋ ਆਊਟਪੁੱਟ ਜਿਹੜੀ ਚੀਜ਼ ਬਾਹਰ ਨਿਕਲਦੀ ਹੈ ਇਮੇਜ, ਵੀਡੀਓ, ਸਾਊਂਡ ਦੇ ਫਾਰਮ 'ਚ, ਉਹਨੂੰ ਆਪਾਂ ਕਹਿੰਦੇ ਆ ਮਲਟੀਮੀਡੀਆ। ਆਪਸ਼ਨ 4 ਇਜ਼ ਦਾ ਰਾਈਟ ਆਨਸਰ। ਸੋ ਕਹਿੰਦੇ CPU ਇਹਨਾਂ ਦੇ ਵਿੱਚੋਂ ਕਿਹੜਾ ਐਡਰੈਸ ਜਨਰੇਟ ਕਰਦਾ? ਸੋ CPU ਕਰਦਾ ਲੌਜੀਕਲ ਐਡਰੈਸ। ਮਾਈਕਰੋ ਪ੍ਰੋਸੈਸਰ ਆਰ ਸਵਿਚਿੰਗ ਡਿਵਾਈਸ ਇਹ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਲਈ ਵਰਤੇ ਜਾਂਦੇ ਨੇ? ਸੋ ਮਾਈਕਰੋ ਪ੍ਰੋਸੈਸਰ ਲੇਟੈਸਟ ਚੀਜ਼ ਹੈ, 4th ਜਨਰੇਸ਼ਨ। ਮੇਨ ਫਰੇਮ ਤੇ ਸੁਪਰ ਕੰਪਿਊਟਰ ਇਹਨਾਂ ਦੇ ਵਿਚਕਾਰ ਕੀ ਡਿਫਰੈਂਸ ਹੈ? ਮੇਨ ਫਰੇਮ, ਸੁਪਰ ਕੰਪਿਊਟਰ, ਇੰਬੈਡਡ ਕੰਪਿਊਟਰ, ਇਹਨਾਂ ਕੰਪਿਊਟਰ ਦੀ ਫਾਰਮਸ ਨੂੰ ਲੈ ਕੇ ਵੀ ਪੰਜਾਬ ਪਟਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ। ਮੈਂ ਇਹ ਸਾਰੇ ਟੌਪਿਕ ਆਲਰੇਡੀ ਆਪਣੀ ਜੋ ਵੀ ਥਿਓਰੈਟੀਕਲ ਲੈਕਚਰਸ ਨੇ ਉਹਨਾਂ ਦੇ ਵਿੱਚ ਕਵਰ ਕੀਤੇ ਹੋਏ ਨੇ। ਸੋ ਮੇਨ ਫਰੇਮ ਤੇ ਸੁਪਰ ਕੰਪਿਊਟਰ ਦਾ ਜਿਹੜਾ ਸਭ ਤੋਂ ਜ਼ਰੂਰੀ ਡਿਫਰੈਂਸ ਹੈ ਉਹ ਹੈ ਕਿ ਜਿਹੜੇ ਸੁਪਰ ਕੰਪਿਊਟਰ ਨੇ ਉਹ ਫੋਕਸਡ ਹੁੰਦੇ ਨੇ ਟੂ ਐਗਜ਼ੀਕਿਊਟ ਫਿਊ ਪ੍ਰੋਗਰਾਮ ਐਜ਼ ਫਾਸਟ ਐਜ਼ ਪੋਸੀਬਲ, ਜਦ ਕਿ ਮੇਨ ਫਰੇਮ ਯੂਜ਼ ਕਰਦੇ ਨੇ ਆਪਣੀ ਪਾਵਰ ਕਿ ਉਹ ਕਨਕਰੈਂਟਲੀ ਇੱਕ ਤੋਂ ਬਾਅਦ ਇੱਕ, ਮਤਲਬ ਪ੍ਰੋਪਰ ਕਨਕਰੈਂਟਲੀ ਆਪਣੀ ਪਾਵਰ ਯੂਜ਼ ਕਰਕੇ ਜਿਹੜਾ ਵੀ ਕੰਮ ਹੈ, ਪ੍ਰੋਗਰਾਮ ਹੈ, ਉਹਨਾਂ ਨੂੰ ਐਗਜ਼ੀਕਿਊਟ ਕਰ ਸਕਣ। ਜਿਹੜੇ ਸੁਪਰ ਕੰਪਿਊਟਰ ਨੇ ਇਹ ਮੋਸਟਲੀ ਯੂਜ਼ ਕੀਤੇ ਜਾਂਦੇ ਨੇ, ਜਿਵੇਂ ਤੁਹਾਨੂੰ ਲੈਕਚਰ ਵਿੱਚ ਸਮਝਾਇਆ ਸੀ ਵੀ ਜੋ ਵੀ ਆਪਣੇ ਨਾਸਾ, ਇਸਰੋ ਜਿੰਨੀਆਂ ਵੀ ਸਾਇੰਟੀਫਿਕ ਚੀਜ਼ਾਂ ਹੁੰਦੀਆਂ ਨੇ, ਸਪੇਸ ਦੇ ਵਿੱਚ ਜਾਂਦੇ ਨੇ, ਉਹ ਸਾਰੀਆਂ ਜਿੰਨੀਆਂ ਵੀ ਟੈਕਨੀਕਲ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਫਾਸਟ ਪਰਫਾਰਮ ਕਰਨੀਆਂ ਹੁੰਦੀਆਂ ਨੇ, ਉੱਥੇ ਆਪਾਂ ਸੁਪਰ ਕੰਪਿਊਟਰਸ ਦੀ ਵਰਤੋਂ ਕਰਦੇ ਹਾਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C। What is the date when Babbage conceived analytical engine? ਚਾਰਲਸ ਬੈਬੇਜ, ਜਿਹਨੂੰ ਆਪਾਂ ਫਾਦਰ ਆਫ ਕੰਪਿਊਟਰ ਕਹਿੰਦੇ ਆ, ਇਹਨੇ ਐਨਾਲਿਟੀਕਲ ਇੰਜਨ ਕਿਸ ਤਰੀਕ ਨੂੰ, ਕਿਸ ਈਅਰ ਦੇ ਵਿੱਚ, ਉਰੇ ਆਪਣੇ ਕੋਲ what is the date means year, ਸੋ ਕਿਸ ਈਅਰ ਦੇ ਵਿੱਚ ਇਹਨੇ ਐਨਾਲਿਟੀਕਲ ਇੰਜਨ ਨੂੰ ਕਨਸੀਵ ਕੀਤਾ ਸੀ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ B 1837। Which of the following is first computer to use? ਪਹਿਲਾ ਕੰਪਿਊਟਰ ਕਿਹੜਾ ਜਿਹਦੇ ਵਿੱਚ ਸਟੋਰਡ ਪ੍ਰੋਗਰਾਮ ਕਨਸੈਪਟ ਵਰਤਿਆ ਗਿਆ ਸੀ? ਸੋ ਇਹ ਹੈ EDSAC, ਆਪਸ਼ਨ C। ਪਹਿਲਾ ਲੈਪਟਾਪ ਕੰਪਿਊਟਰ ਕਦੋਂ ਇੰਟਰੋਡਿਊਸ ਹੋਇਆ ਸੀ ਮਾਰਕੀਟ ਦੇ ਵਿੱਚ ਤੇ ਕਿਹਨੇ ਕੀਤਾ ਸੀ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੋ 1981 ਵਿੱਚ ਐਪਸਨ ਨੇ ਕੀਤਾ ਸੀ ਫਰਸਟ ਲੈਪਟਾਪ ਕੰਪਿਊਟਰ ਇੰਟਰੋਡਿਊਸਡ ਇਨ ਦ ਮਾਰਕੀਟ। ਡਾਇਰੈਕਟ ਐਂਟਰੀ ਇਨਪੁਟ ਡਿਵਾਈਸ ਕਿਹਨੂੰ ਕਿਹਾ ਜਾਂਦਾ ਹੈ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ D, ਆਪਟੀਕਲ ਸਕੈਨਰ ਹੈ, ਚਾਹੇ ਮਾਊਸ ਡਿਜੀਟਾਈਜ਼ਰ ਹੈ, ਲਾਈਟ ਪੈਨ ਹੈ, ਇਹ ਤਿੰਨੋਂ ਹੀ ਡਾਇਰੈਕਟ ਐਂਟਰੀ ਇਨਪੁਟ ਡਿਵਾਈਸਿਸ ਨੇ। Which of the following produced ਬੈਸਟ ਕੁਆਲਿਟੀ ਦੇ ਗ੍ਰਾਫਿਕ ਜੇ ਆਪਾਂ ਨੇ ਕੱਢਣੇ ਨੇ ਤਾਂ ਕਿਹੜੇ ਪ੍ਰਿੰਟਰ ਦੇ ਵਿੱਚ ਨਿਕਲਦੇ ਨੇ? ਸੋ ਉਹ ਨਿਕਲਦੇ ਨੇ ਪਲੋਟਰ ਵਿੱਚ। ਆਪਸ਼ਨ C is the right answer। Technique used by codes to convert an analog signal, ਜੇ ਆਪਾਂ ਨੇ ਕਿਸੇ ਵੀ ਐਨਾਲੌਗ ਸਿਗਨਲ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਆਪਾਂ ਜਿਹੜੀ ਟੈਕਨੀਕ ਦੀ ਵਰਤੋਂ ਕਰਦੇ ਹਾਂ ਉਸ ਟੈਕਨੀਕ ਦਾ ਨਾਮ ਹੈ ਪਲਸ ਕੋਡ ਮੋਡੂਲੇਸ਼ਨ। ਕਿਹੜਾ ਡਿਵਾਈਸ ਹੈ ਜਿਹਦੇ ਵਿੱਚ ਕੈਥੋਡ ਰੇ ਟਿਊਬਸ ਹੁੰਦੀਆਂ ਨੇ? ਸੋ ਉਹ ਹੈ ਕੰਪਿਊਟਰ ਦਾ ਮੋਨੀਟਰ। All operating system get their total memory initialized from, ਸੋ ਕੋਈ ਵੀ operating system ਹੈ ਉਹ ਜਿੰਨੀ ਵੀ ਟੋਟਲ ਮੈਮਰੀ ਹੈ ਉਹ ਸਟਾਰਟ ਕਿੱਥੋਂ ਹੁੰਦੀ ਹੈ, ਇਨੀਸ਼ੀਅਲਾਈਜ਼ ਕਿੱਥੋਂ ਹੁੰਦੀ ਹੈ? ਸੋ ਉਹ ਹੁੰਦੀ ਹੈ BIOS ਤੋਂ। ਇੱਕ ਕੰਪਿਊਟਰ ਹਾਰਡ ਡਿਸਕ ਨੂੰ ਟਰੈਕਸ ਦੇ ਵਿੱਚ ਵੰਡਿਆ ਜਾਂਦਾ ਹੈ। ਜਿਹੜੇ ਟਰੈਕਸ ਨੇ ਉਹਨਾਂ ਨੂੰ ਫਰਦਰ ਸਬ ਡਿਵਾਈਡ ਵੰਡਿਆ ਜਾਂਦਾ ਹੈ ਸੈਕਟਰਸ ਦੇ ਵਿੱਚ। ਸੋ ਰਾਈਟ ਆਨਸਰ ਕੀ ਹੈ? ਆਪਸ਼ਨ B। ਨੈਕਸਟ ਇਜ਼ ਇੰਪੋਰਟੈਂਟ ਕੁਐਸਚਨ, ਕੰਪਿਊਟਰ ਅਸੈਸਿਬਿਲਿਟੀ ਜਾਂ ਕੰਪਿਊਟਰ ਦੀ ਫ੍ਰੈਂਡਲੀਨੈਸ ਨੂੰ ਆਪਾਂ ਹੋਰ ਕੀ ਕਹਿੰਦੇ ਆ? ਸੋ ਇਹਨੂੰ ਕਹਿੰਦੇ ਆ ਅਸਿਸਟਿਵ ਟੈਕਨੋਲੋਜੀ, ਆਪਸ਼ਨ C। Which of the following option allow us to press control key and A key separately? ਸੋ ਕਹਿੰਦੇ ਇੱਕੋ ਹੀ ਸਮੇਂ ਤੇ ਜਿਹੜੇ ਆਪਾਂ ਕੰਟਰੋਲ ਦੱਬ ਕੇ A ਦੱਬ ਲੈਂਦੇ ਆ, ਜਿਹਦੇ ਨਾਲ ਆਪਾਂ ਸਾਰੀਆਂ all ਵਾਲੀ ਪੂਰੀ ਆਪਸ਼ਨਸ, ਪੂਰਾ ਕੋਈ ਡਾਕੂਮੈਂਟ ਹੈ ਉਹਨੂੰ ਆਪਾਂ ਜਾਂ ਕੋਈ ਵੀ ਫਾਈਲਸ ਨੇ ਆਪਾਂ all ਦੱਬ ਕੇ ਸਾਰਿਆਂ ਨੂੰ ਸਿਲੈਕਟ ਕਰ ਲੈਂਦੇ ਆ। ਕਹਿੰਦੇ ਇਹ ਆਪਸ਼ਨ ਹੈ ਜਿਹੜੀ, ਇਸ ਕੀਜ਼ ਨੂੰ ਕੀ ਕਿਹਾ ਜਾਂਦਾ ਹੈ? ਕੰਟਰੋਲ ਕੀ ਪਲੱਸ ਜਦੋਂ ਆਪਾਂ A ਕੀ ਦੱਬਦੇ ਆ ਤਾਂ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਕੰਬੀਨੇਸ਼ਨ ਹੈ ਇਹਨੂੰ ਆਪਾਂ ਕਹਿੰਦੇ ਆ ਸਟਿਕੀ ਕੀਜ਼।
ਮਤਲਬ ਇਹ ਕੀਜ਼ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ, ਇੱਕੋ ਟਾਈਮ ਤੇ ਦੋਨਾਂ ਨਾਲ ਆਪਾਂ ਕੰਮ ਕੋਈ ਵੀ ਪਰਫਾਰਮ ਕਰ ਸਕਦੇ ਹਾਂ। ਤੇ ਅੱਜ ਦੇ ਆਪਣੇ ਇਸ ਲੈਕਚਰ ਦਾ ਲਾਸਟ ਕੁਐਸਚਨ ਹੈ ਟੌਗਲ ਕੀ। ਸੋ ਟੌਗਲ ਕੀ ਕਿਸ ਚੀਜ਼ ਦਾ ਫੀਚਰ ਹੈ? ਸੋ ਇਹ ਹੈ ਮਾਈਕਰੋਸੌਫਟ ਵਿੰਡੋਜ਼ ਦਾ ਫੀਚਰ। So now let's get started with our video. So आज का अपना पहला question है which of the following is not an operating system? So इन्ना विचों जेड़ा operating system नहीं है वो है Oracle option third. Next है किसी भी file name दी DOS जेड़ा DOS operating system हुंदा ओदे विच maximum length कितनी हुंदी है? So वो हुंदी है 8. Option third is the right answer. ਨੈਕਸਟ ਹੈ ਪਹਿਲਾ ਆਪਰੇਟਿੰਗ ਸਿਸਟਮ ਕਿਹੜੇ ਸਾਲ ਦੇ ਵਿੱਚ ਡਿਵੈਲਪ ਕੀਤਾ ਗਿਆ ਸੀ? ਸੋ ਇਹ ਡਿਵੈਲਪ ਕੀਤਾ ਸੀ 1950 ਵਿੱਚ। ਫੋਰਥ ਕੁਐਸਚਨ ਹੈ ਜਿਹੜਾ ਮਾਈਕਰੋਸੌਫਟ ਵਿੰਡੋ ਆਪਰੇਟਿੰਗ ਸਿਸਟਮ ਹੈ ਇਹ ਕਦੋਂ ਪ੍ਰਪੋਜ਼ ਕੀਤਾ ਸੀ? ਸੋ ਇਹ ਕੀਤਾ ਸੀ 1985 ਵਿੱਚ। ਫਿਫਥ ਕੁਐਸਚਨ ਇਜ਼ which of the following is Linux operating system? So Linux operating system किस तरह का operating system है? एक open source platform है, so this is an open source operating system. Next है bootstrapping ਨੂੰ ਹੋਰ ਕੀ ਕਿਹਾ ਜਾਂਦਾ? So operating system ਦੇ ਅੰਦਰ bootstrapping ਨੂੰ ਆਪਾਂ cold boot ਵੀ ਕਹਿੰਦੇ ਆ। Next ਹੈ ਜੇ page size increase ਹੋ ਜਾਵੇ ਤਾਂ internal fragmentation ਦੇ ਉੱਤੇ ਉਹਦਾ ਕੀ result ਹੁੰਦਾ? So internal fragmentation भी increase हो जाती है। Option 2 is the right answer. 8th है इन्हां दे विचों single user operating system केड़ा है? So MS DOS है जेड़ा option 3rd एक कल्ला single user operating system है इन्हां options दे विचों। 9th question है which of the following is not application software? सो ऑप्शंस ने अपने को विंडोज 7 वर्डपैड फोटोशॉप MS एक्सेल। सो ਆਪਾਂ ਨੂੰ ਦੇਖਣ ਸਾਰੀ ਆਨਸਰ ਪਤਾ ਚੱਲ ਰਿਹਾ ਹੈ ਕਿ ਜਿਹੜੀ ਵਿੰਡੋਜ਼ 7 ਹੈ ਇਹ ਕੋਈ ਵੀ ਐਪਲੀਕੇਸ਼ਨ ਸੌਫਟਵੇਅਰ ਨਹੀਂ ਹੈ, ਇੱਕ ਆਪਰੇਟਿੰਗ ਸਿਸਟਮ ਹੈ। ਸੋ ਬਾਕੀ ਸਾਰੇ ਐਪਲੀਕੇਸ਼ਨ ਸੌਫਟਵੇਅਰ ਨੇ। 10th ਕੁਐਸਚਨ ਹੈ ਇਹਨਾਂ ਸਾਰੀਆਂ ਆਪਸ਼ਨਸ ਦੇ ਵਿੱਚੋਂ ਵਿੰਡੋਜ਼ 64 ਬਿਟ ਕਿਸ ਚੀਜ਼ ਨੂੰ ਸਪੋਰਟ ਕਰਦਾ ਹੈ? ਸੋ ਇਹ ਸਪੋਰਟ ਕਰਦਾ ਹੈ ਵਿੰਡੋ XP ਨੂੰ। Which of the following is a condition that causes deadlock? So किसी भी system ਦੇ ਵਿੱਚ deadlock ਕਿਹੜੀ condition ਦੇ ਵਿੱਚ ਆਉਂਦਾ? So ਇਹਦਾ right answer ਹੈ all of these। ਜਦੋਂ ਕੋਈ mutual exclusion ਹੋ ਜਾਵੇ, ਜਦੋਂ ਕਿਤੇ ਆਪਾਂ ਨੂੰ ਕਿਸੇ ਚੀਜ਼ ਦੀ wait ਕਰਨੀ ਪੈ ਜਾਵੇ hold and wait, ਜਾਂ ਫਿਰ ਕਿਤੇ ਕੋਈ circular wait ਹੋਵੇ। Next question ਹੈ who provide the interface to access the services of operating system? ਸੋ ਜੇ ਆਪਾਂ ਨੇ ਕਿਸੇ ਵੀ ਆਪਰੇਟਿੰਗ ਸਿਸਟਮ ਦੀਆਂ ਜਿਹੜੀਆਂ ਵੀ ਅੰਦਰ ਸਰਵਿਸਿਜ਼ ਨੇ ਉਹਨਾਂ ਤੱਕ ਪਹੁੰਚਣਾ ਤਾਂ ਉਹਦੇ ਲਈ ਆਪਾਂ ਨੂੰ ਸਿਸਟਮ ਕਾਲ ਹੈ ਜਿਹੜੀ ਇਹ ਆਪਾਂ ਨੂੰ ਆਪਰੇਟਿੰਗ ਸਿਸਟਮ ਦੀ ਸਰਵਿਸਿਜ਼ ਤੱਕ ਐਕਸੈਸ ਦਿੰਦੀ ਹੈ। 13ਵਾਂ ਕੁਐਸਚਨ ਹੈ which of the following does not interrupt the running process? ਸੋ ਜੇ ਕੋਈ ਵੀ ਪ੍ਰੋਸੈਸ ਚੱਲ ਰਿਹਾ ਤਾਂ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਵਿੱਚ ਦਿੱਕਤ ਨਹੀਂ ਕ੍ਰੀਏਟ ਕਰਦੀ, ਇੰਟਰਪਸ਼ਨ ਨਹੀਂ ਕ੍ਰੀਏਟ ਕਰਦੀ? ਸੋ ਉਹ ਹੈ scheduler process। बाकी ये सारिया चीज़ा interruption create कर दिया ने। 14th question है which of the following is an example of real time operating system? ये question बहुत important है। so process control real time operating system है। 15th question है which window was introduced to my computer? so my computer ਲਈ window 95 introduce ਕੀਤੀ ਗਈ ਸੀ। 16th question ਇਹਦੇ ਨਾਲ almost related ਆਪਾਂ ਨੇ indirect form ਦੇ ਵਿੱਚ starting ਵਿੱਚ ਵੀ question ਇੱਕ ਦੇਖਿਆ ਸੀ। so ਇਹ ਵੀ similar ਹੀ question ਹੈ what is the number of characters contained in primary name of the file of MS DOS? so ਉਹਦੇ ਵਿੱਚ ਹੁੰਦੇ ਨੇ up to 8 character। next is what is the use of directory structure in the operating system? so ਜਿਹੜਾ ਵੀ directory structure ਹੈ ਉਹਦਾ ਕੀ use ਹੁੰਦਾ ਹੈ? So it is used to store folder and files hierarchically। ਇੱਕ systematic ਤਰੀਕੇ ਦੇ ਨਾਲ ਕਿਸੇ ਵੀ operating system ਦੇ ਵਿੱਚ ਆਪਾਂ ਨੇ ਕਿਸੇ folders ਨੂੰ files ਨੂੰ line wise ਲਗਾ ਕੇ ਰੱਖਣਾ ਤਾਂ ਉਹ ਚੀਜ਼ ਦਾ ਜਿਹੜਾ use ਹੈ ਉਹ ਕੀਤਾ ਜਾਂਦਾ ਹੈ ਆਪਣਾ directory ਦੇ ਨਾਲ। next question ਹੈ ਆਪਣਾ 18th which of the following key does the user use to switch between application running simultaneously in the window operating system?
सो कहते कोई भी विंडो ऑपरेटिंग सिस्टम चल रहा है, ਆਪਾਂ ਨੇ ਕੀ ਕਰਨਾ ਹੈ, 2-3 ਕੀਜ਼ ਨੂੰ ਸਾਈਮਲਟੇਨੀਅਸਲੀ ਇੱਕੋ ਟਾਈਮ ਤੇ ਚਲਾਉਣਾ, ਤਾਂ ਉੱਥੇ ਆਪਾਂ Alt plus ਜੇ ਟੈਬ ਦੱਬਦੇ ਆ, ਇਹ ਵਾਲੀ ਕੀਜ਼ ਦੱਬਦੇ ਆ, ਤਾਂ ਆਪਾਂ ਇੱਕ ਟਾਈਮ ਤੇ ਇੱਕ ਐਪਲੀਕੇਸ਼ਨ ਤੋਂ ਦੂਜੀ ਐਪਲੀਕੇਸ਼ਨ ਦੇ ਵਿੱਚ ਸਵਿਚ ਕਰ ਸਕਦੇ ਹਾਂ। Next question है, what type of memory store data in swap file on a hard drive? So ਇਹਦੇ ਵਿੱਚ ਜਿਹੜੀ memory store ਹੁੰਦੀ ਹੈ ਉਹ ਹੁੰਦੀ ਹੈ virtual memory option 2. Next is, which of the following operating system does not require a command to run? So ਕਿਹੜਾ operating system ਹੈ ਜਿਹਨੂੰ ਕਿਸੇ ਵੀ command ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਰਨ ਕਰਦਾ ਹੈ, ਉਹ ਹੈ option 2 Windows. Next question ਹੈ, ਜਿਹੜਾ ਵੀ ਬੈਕਅਪ ਦਾ ਤਰੀਕਾ ਹੁੰਦਾ ਹੈ ਡੇਟਾ ਵਗੈਰਾ ਨੂੰ ਐਜ਼ ਇਟ ਇਜ਼ ਆਪਣੇ ਕੋਲ ਸਟੋਰ ਕਰਕੇ ਰੱਖਣ ਦਾ, ਕਹਿੰਦੇ ਬੈਕਅਪ ਦਾ ਸਭ ਤੋਂ ਜ਼ਿਆਦਾ ਕੁਇਕ ਵਾਲਾ ਤਰੀਕਾ ਕਿਹੜਾ ਹੈ, ਜਿਹਦੇ ਵਿੱਚ ਇੱਕ ਤਾਂ ਸਪੇਸ ਸਭ ਤੋਂ ਘੱਟ ਚਾਹੀਦੀ ਹੈ ਤੇ ਸਭ ਤੋਂ ਜਲਦੀ ਉਹ ਹੁੰਦਾ, ਸੋ ਉਹ ਹੈ ਆਪਸ਼ਨ 2 ਇਨਕਰੀਮੈਂਟਲ ਮੈਥਡ। ਨੈਕਸਟ ਹੈ, ਬਫਰ ਓਵਰਫਲੋ ਦਾ ਆਪਰੇਟਿੰਗ ਸਿਸਟਮ ਦੇ ਵਿੱਚ ਕਿੰਨੀਆਂ ਕਿਸਮਾਂ ਨੇ? ਹਾਊ ਮੈਨੀ ਟਾਈਪਸ ਆਫ ਬਫਰ ਓਵਰਫਲੋ ਇਨ ਦ ਆਪਰੇਟਿੰਗ ਸਿਸਟਮ? ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ A 2। ਸੋ ਨੈਕਸਟ ਕੁਐਸਚਨ ਹੈ ਕਿ ਜਿਹੜਾ ਲਾਈਨੈਕਸ ਆਪਰੇਟਿੰਗ ਸਿਸਟਮ ਹੈ ਉਹਦੇ ਵਿੱਚ ਕਿਹੜਾ ਬਾਈਨਰੀ ਫਾਰਮੈਟ ਸਪੋਰਟ ਕਰਦਾ ਹੈ? ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ 3 ELF ਬਾਈਨਰੀ ਫਾਰਮੈਟ। ਨੈਕਸਟ ਹੈ COW ਕਾਊ ਸਟੈਂਡਸ ਫॉर। ਸੋ ਜੇ ਆਪਾਂ ਕੰਪਿਊਟਰ ਲੈਂਗੁਏਜ ਦੀ ਗੱਲ ਕਰੀਏ ਤਾਂ ਕਾਊ ਹੈ ਜਿਹੜਾ, this stands for copy overwrite, option 2 is the right one. 25th question is, the mobile phone is an invention of an American engineer. So mobile phone ਦੀ ਜਿਹੜੀ ਕਾਰਡ ਹੈ ਉਹ ਕਿਹੜੇ ਅਮਰੀਕਨ ਇੰਜੀਨੀਅਰ ਨੇ ਕੱਢੀ ਸੀ? ਸੋ ਇਹਦਾ right answer ਹੈ option 4 Sir Martin Cooper. This is very important invention. Next is, in which one of the following country the first phone call was made? So ਪਹਿਲੀ phone call ਹੋਈ ਸੀ ਨਿਊਯਾਰਕ ਦੇ ਵਿੱਚ, option 1 is the right answer. Next is, mobile communication network is also called. So mobile communication network ਨੂੰ ਆਪਾਂ cellular network ਤੇ mobile network ਦੋਨੋਂ ਕਹਿੰਦੇ ਆ, so option D is the right answer. Dash technology is used for communicating over large distance wirelessly. So ਕਹਿੰਦੇ ਬਿਨਾਂ ਕਿਸੇ ਤਾਰਾਂ ਤੋਂ ਜੇ ਆਪਾਂ ਨੇ large distance ਦੇ ਉੱਤੇ ਕੋਈ ਚੀਜ਼ ਨੂੰ communicate ਕਰਨਾ ਤਾਂ ਕਿਹੜੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਨੇ ਇੱਕ ਜਗ੍ਹਾ ਤੇ ਬੈਠ ਕੇ ਪੂਰੀ ਦੁਨੀਆ ਦੇ ਵਿੱਚ ਕਿੰਨਾ ਮਰਜ਼ੀ ਡਿਸਟੈਂਸ ਹੋਵੇ ਗੱਲ ਕਰਨੀ ਹੋਵੇ ਤਾਂ ਆਪਾਂ ਮੋਬਾਈਲ ਕਮਿਊਨੀਕੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਦੇ ਹਾਂ। 29th ਹੈ, a mobile phone uses dash type of duplex communication. ਸੋ ਮੋਬਾਈਲ ਫੋਨ ਦੇ ਵਿੱਚ ਫੁੱਲ ਟਾਈਪ ਦੀ ਡੁਪਲੈਕਸ ਕਮਿਊਨੀਕੇਸ਼ਨ ਹੁੰਦੀ ਹੈ, option B is the right answer. 30th question ਹੈ, ਇਹਨਾਂ ਦੇ ਵਿੱਚੋਂ ਜਿਹੜੀਆਂ ਆਪਸ਼ਨਸ ਨੇ ਕਿਹੜੇ-ਕਿਹੜੇ ਮੋਬਾਈਲ ਕਮਿਊਨੀਕੇਸ਼ਨ ਦੇ ਫੀਚਰਸ ਹੈ? ਸੋ ਹਾਈ ਲੋਡ ਬੈਲੈਂਸਿੰਗ ਕਪੈਸਿਟੀ, ਹਾਈਲੀ ਸਕੇਲੇਬਲ, ਗੁੱਡ ਨੈਟਵਰਕ ਮੈਨੇਜਮੈਂਟ ਸਿਸਟਮ। ਸੋ ਇਹ ਤਿੰਨੋਂ ਹੀ ਮੋਬਾਈਲ ਕਮਿਊਨੀਕੇਸ਼ਨ ਦੇ ਫੀਚਰਸ ਨੇ, ਸੋ ਇਹਦਾ ਸਹੀ ਆਨਸਰ ਹੈ ਆਪਸ਼ਨ D। 2G ਟੈਕਨੋਲੋਜੀ ਯੂਜ਼ਸ। ਸੋ ਜਿਹੜੀ 2G ਟੈਕਨੋਲੋਜੀ ਹੈ ਇਹਦੇ ਵਿੱਚ ਡਿਜੀਟਲ ਸਿਗਨਲ ਹੁੰਦੇ ਨੇ, ਸੋ ਆਪਸ਼ਨ B is the right answer. Next है 2G mobile communication uses dash technology. ਪਹਿਲਾਂ ਤਾਂ ਆਪਾਂ ਨੇ ਸਿਗਨਲ ਦੀ ਗੱਲ ਕੀਤੀ ਹੈ, ਹੁਣ ਇਹਦੇ ਵਿੱਚ ਟੈਕਨੋਲੋਜੀ ਕਿਹੜੀ ਵਰਤੀ ਜਾਂਦੀ ਹੈ? ਸੋ ਇਹਦੇ ਵਿੱਚ GSM GPRS ਇਹ ਦੋਨੋਂ ਟੈਕਨੋਲੋਜੀਜ਼ ਯੂਜ਼ ਹੁੰਦੀਆਂ ਨੇ, ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ D. Next is, what is the data speed range of 3G mobile communication? ਸੋ 3G mobile communication ਦੀ ਜੇ ਗੱਲ ਕਰਦੇ ਹਾਂ ਤਾਂ ਜਿਹੜੀ ਡੇਟਾ ਦੀ ਸਪੀਡ ਰੇਂਜ ਹੈ ਉਹ ਹੈ 144 kbps ਤੋਂ ਲੈ ਕੇ 2 mbps। ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਰਿਪੀਟ ਹੋਇਆ। ਨੈਕਸਟ ਹੈ ਸੈਲੂਲਰ ਨੈਟਵਰਕ ਫ੍ਰੀਕੁਐਂਸੀ ਸਪੈਕਟਰਮ ਕਿੰਨੇ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ? ਸੋ ਇਹਨੂੰ ਆਪਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਵੰਡਦੇ ਆ ਉਹਨੂੰ ਕਹਿੰਦੇ ਆ ਡਿਸਕ੍ਰੀਟ ਚੈਨਲ। AMPS stand for, ਸੋ AMPS ਦੀ ਫੁੱਲ ਫਾਰਮ ਹੈ ਐਡਵਾਂਸ ਮੋਬਾਈਲ ਟੈਲੀਫੋਨੀ ਸਿਸਟਮ। 36th ਕੁਐਸਚਨ ਹੈ ਕਿ ਜਿਹੜਾ ਰਿਸੀਵਰ ਹੈ ਮੋਬਾਈਲ ਕਮਿਊਨੀਕੇਸ਼ਨ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਚੀਜ਼ਾਂ ਨੂੰ ਪਰਫਾਰਮ ਕਰਦਾ? ਸੋ ਉਹ ਦੋ ਤਰ੍ਹਾਂ ਦੇ ਪ੍ਰੋਸੈਸਸ ਪਰਫਾਰਮ ਕਰਦਾ, ਡੀਕੋਡਿੰਗ, ਡੀਮੋਡੂਲੇਸ਼ਨ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ D. Next question is,
Dash techniques are used by a user to share the spectrum in an efficient way. So 37th question, the right answer is option A, multiple access technique. 38th question is wireless communication uses dash number of multiplexing method. So ਕਹਿੰਦੇ ਕਿੰਨੀ ਤਰ੍ਹਾਂ ਦੇ multiplex method ਨੇ ਜਿਹੜੇ wireless communication ਦੇ ਵਿੱਚ ਵਰਤੇ ਜਾਂਦੇ ਨੇ. So ਇਹਦਾ right answer ਹੈ option B 3. Which of the following are the function of cipher key? So ਜਿਹੜੀ ਆਪਾਂ encryption decryption topic ਦੇ ਅੰਦਰ cipher key ਪੜ੍ਹੀ ਸੀ. So ਕਹਿੰਦੇ ਉਹਦਾ main function ਕੀ ਹੈ? So cipher key ਦਾ main function ਹੁੰਦਾ to encrypt a communication. SIM ਦੀ abbreviation ਕੀ ਹੈ? SIM ਦੀ full form ਕੀ ਹੈ? So ਇਹਦੀ full form ਹੈ subscriber identity module. 41st question is gaps between consecutive packets at receiver cause a phenomenon. So इस phenomenon ਨੂੰ ਆਪਾਂ ਕਹਿੰਦੇ ਆ option B jitter. Next is SIP session initiation protocol. एक बहुत ही ज़्यादा flexible तरीके दा protocol है. Next question है establishing a session in session initiation protocol requires a three-way. So ਇਹਦੇ ਵਿੱਚ ਆਪਾਂ ਨੂੰ ਤਿੰਨ ਤਰ੍ਹਾਂ ਦੇ handshake ਚਾਹੀਦੇ ਹੁੰਦੇ ਨੇ. 44th question ਹੈ SIP has a mechanism that finds the. So ਇਹਦੇ ਨਾਲ ਆਪਾਂ IP address ਹੈ ਜਿਹੜਾ ਉਹ find out ਕਰਦੇ ਹਾਂ. Next question ਹੈ ਕਿ ਜਿਹੜੀ VoIP calls ਹੁੰਦੀਆਂ ਨੇ ਉਹਦੀ ਜਿਹੜੀ ਆਵਾਜ਼ ਦੀ quality ਆ voice quality ਆ ਉਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ. So ਇਹਦਾ right answer ਹੈ all the above. bandwidth, latency, codec support ਇਹ ਸਾਰੀਆਂ ਚੀਜ਼ਾਂ influence ਕਰਦੀਆਂ ਨੇ. Next question ਹੈ ਜਿਹੜੀਆਂ options ਨੇ ਇਹਨਾਂ ਦੇ ਵਿੱਚੋਂ VoIP protocol ਕਿਹੜਾ ਨਹੀਂ ਹੈ. So ਇਹਦਾ right answer ਹੈ option B SS7. ਬਾਕੀ ਇਹ ਸਾਰੀਆਂ VoIP protocols ਨੇ. Next question ਹੈ what is the bandwidth minimum that most experts recommend for good VoIP call signal quality? So A है option D 90 kbps. Next question है which of the following network characteristic is most associated with an echo on a VoIP connection? So A है connection latency. 49th question is choose the best genuine advantage for a modern VoIP office handset such as those from Cisco or Polycom. So ਉਹਨਾਂ ਦੇ ਨਾਲੋਂ ਜੇ ਆਪਾਂ ਪੁਰਾਣੇ ਵਾਲੇ ਜਿਹੜੇ ਵੀ VoIP office handset ਨੇ ਉਹਨਾਂ ਨਾਲ ਆਪਾਂ modern ਦਾ comparison ਕਰੀਏ ਤਾਂ main ਇਹਦੀ advantage ਇਹ ਹੈ ਕਿ ਇਹ ਬਹੁਤ ਸਾਰੇ unified communication ਨੂੰ support ਕਰਦਾ ਜਿਵੇਂ ਕਿ email, voice mail, instant messaging, video chat ਤੇ ਹੋਰ ਏਦਾਂ ਦੀਆਂ ਬਹੁਤ ਸਾਰੀਆਂ facilities. Next is what kind of circuitry is used in VoIP to convert analog voice to digital signal for transmission and digital to analog for voice back. So ਇਹਦਾ right answer ਹੈ digital signal processor ਜਿਹਦੇ ਨਾਲ VoIP ਦੇ ਵਿੱਚ analog digital ਵਿੱਚ convert ਹੁੰਦੀ ਹੈ ਤੇ digital analog ਵਿੱਚ. Next ਹੈ 51st question ਜਿਹੜੀ asymmetric key encryption technique ਆ ਉਹਦੇ ਵਿੱਚ number of keys used in encryption decryption process ਇਹ ਕਿੰਨੀਆਂ keys ਹੁੰਦੀਆਂ ਨੇ. So ਇਹਦਾ right answer ਹੈ option A 2. Next is in AES adding extra random bit at the end of value before encryption is referred to as. So ਇਹਨੂੰ ਆਪਾਂ ਕਹਿੰਦੇ ਆ initialization vector. 53rd question is determining the decryption key for an intruder is extremely difficult even if the intruder has access to. So either right answer है option D encrypted data. Next question बहुत important है in which of the following a person is constantly followed chased by another person or group of several people. So either right answer है option third stalking. 55th question is which of the following can be considered as class of computer threat. So either right answer है option A DOS attack. 56th है unsolicited commercial email ਆਪਾਂ ਕਿਹਨੂੰ ਕਹਿੰਦੇ ਆ. So ਇਹਦਾ right answer ਹੈ spam option third. ਇਹ question ਕਾਫੀ ਵਾਰੀ exam ਦੇ ਵਿੱਚ repeat ਹੋਇਆ. 57th question ਹੈ
Which of the following usually observe each activity on internet of victim, gather all information in the background and send it to someone else? So either right answer है spyware. 58th is Dash is a type of software designed to help the user's computer detect viruses and avoid them. So ਇਹ ਹੁੰਦਾ antivirus ਜਿਹੜਾ ਕਿ ਡਿਜ਼ਾਈਨ ਕੀਤਾ ਜਾਂਦਾ ਕਿ ਜੇ ਕੰਪਿਊਟਰ ਵਿੱਚ ਕੋਈ ਵੀ ਵਾਇਰਸ ਆ ਰਿਹਾ ਤਾਂ ਉਹ ਲੱਭ ਕੇ ਆਪਾਂ ਉਹਨੂੰ ਅਵੋਇਡ ਕਰ ਸਕੀਏ। 59th question ਹੈ Which of the following is a type of antivirus program? So ਇਹ ਤਿੰਨੋਂ ਹੀ antivirus program ਨੇ। ਇਹਦਾ right answer ਹੈ option 4. So Quickheal, McAfee, Kaspersky ਇਹ ਤਿੰਨੋਂ ਹੀ important antivirus program ਹੈ। 60th question is It can be a software program or a hardware device that filters all data packets coming through the internet network etc. is known as. So ਇਹਨੂੰ ਆਪਾਂ ਕਹਿੰਦੇ ਆ firewall. Option 2 is the right answer. Next question is which of the following refers to stealing one's idea or invention of other and use it for their own benefit? So either right answer है option 4 all the above. So piracy, plagiarism, intellectual property rights. So ਇਹ ਤਿੰਨੋਂ ਚੀਜ਼ਾਂ ਹੀ ਰੈਫਰ ਕਰਦੀਆਂ ਨੇ ਜੇ ਆਪਾਂ ਕਿਸੇ ਹੋਰ ਦਾ ਜਿਹੜਾ ਆਈਡੀਆ ਹੈ ਕਿਸੇ ਹੋਰ ਦੀ ਕੋਈ ਕਾਰਡ ਹੈ ਇਨਵੈਂਸ਼ਨ ਹੈ ਉਹਨੂੰ ਆਪਣੇ ਬੈਨੀਫਿਟ ਦੇ ਲਈ ਵਰਤੀਏ। Next is which of the following refers to exploring the appropriate ethical behavior related to online environment digital media platform? So ਇਹਦਾ right answer है option 2 cyber ethics. Next is which of the following refers to violation of principle if a computer is no more accessible? So ਇਹਦਾ right answer है availability. ਇਹਦਾ मतलब ਹੁੰਦਾ है कि computer अपने लिए available नहीं है। 64th question है which of the following refers to technique used for verifying the integrity of message? So ਇਹਦਾ right answer है option 4 message digest. 65th is which of the following usually used in process of Wi-Fi hacking? So ਇਹਨਾਂ ਵਿੱਚੋਂ ਜਿਹੜੀ ਚੀਜ਼ ਆਮ ਤੌਰ ਤੇ Wi-Fi hacking ਵਿੱਚ ਵਰਤੀ ਜਾਂਦੀ ਹੈ ਉਹ ਹੈ ear cracking. 66th is which of the following port IP address scanner is famous among the user? So ਇਹਨਾਂ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ famous IP address scanner ਹੈ ਉਹ ਹੈ option 2 Angry IP scanner. Which of the following is not a type of scanning? So scanning ਦੀ ਇਹਨਾਂ ਵਿੱਚੋਂ ਕਿਹੜੀ type ਨਹੀਂ ਹੈ? So ਇਹਦਾ right answer ਹੈ option B cloud scan. In system of hacking, which of the following is the most crucial activity? So hacking ਦੇ ਵਿੱਚ ਸਭ ਤੋਂ ਜ਼ਰੂਰੀ activity ਕੀ ਹੈ ਜੇ ਕੋਈ hacking ਕਰਦਾ ਤਾਂ ਇਹਦਾ right answer ਹੈ cracking password. ਸਭ ਤੋਂ ਪਹਿਲਾ hacker ਨੂੰ password crack ਕਰਨਾ ਪੈਂਦਾ ਹੈ। Next is which of the following is actually considered as first computer virus? So first computer virus ਆਪਾਂ ਕਿਹਨੂੰ ਕਹਿੰਦੇ ਆ option 3 creeper ਨੂੰ। Next is to protect the computer system against hacker and different kind of viruses one must always keep dash on in the computer system. So ਆਪਾਂ ਨੂੰ ਇੱਕ firewall ਹਮੇਸ਼ਾ active ਰੱਖਣੀ ਚਾਹੀਦੀ ਹੈ hackers ਵਗੈਰਾ ਦੇ against ਆਪਣੇ computer system ਦੇ ਵਿੱਚ। Next is 71. Which of the following can be considered as elements of cyber security? So ਇਹਨਾਂ ਵਿੱਚੋਂ ਇਹ ਤਿੰਨੋਂ ਹੀ cyber security ਦੇ important elements ਨੇ application security, operational ਤੇ network security. Next is which of the following are famous and common cyber attack used by hackers? So ਇਹ ਜਿਹੜੇ ਤਿੰਨੋਂ ਹੀ categories ਨੇ ਇਹ important cyber attacks ਨੇ DDoS, derived by download, malware, malvertising, phishing, password attack. So the right answer है option 4 all the above. In Wi-Fi security, which of the following protocol is more used? So ਆਪਾਂ ਨੂੰ ਪਤਾ ਜਿਹੜੇ ਆਪਣੇ ਘਰੇ ਵੀ broadband Wi-Fi ਵਗੈਰਾ ਲੱਗੇ ਹੁੰਦੇ ਨੇ ਇਹਦੇ ਵਿੱਚ ਇੱਕ security ਲੱਗੀ ਹੁੰਦੀ ਹੈ ਜਿਹਦੇ ਨਾਲ ਕੋਈ ਆਪਣਾ password hack ਨਹੀਂ ਕਰ ਸਕਦਾ। So ਇਹ ਜਿਹੜੀ security ਹੈ ਇਹ ਹੈ WPA2. Next is TCP/IP stands for. So ਇਹਦੀ full form ਹੈ Transmission Control Protocol Internet Protocol. Next ਹੈ world ਦਾ ਪਹਿਲਾ antivirus program ਕਿਹੜਾ ਸੀ?
ਸੋ ਇਹਦਾ ਰਾਈਟ ਆਨਸਰ ਹੈ ਰੀਪਰ ਆਪਸ਼ਨ 2 ਤੇ ਰੀਪਰ ਨੇ ਕ੍ਰੀਪਰ ਵਾਇਰਸ ਦੇ ਲਈ ਕੰਮ ਕੀਤਾ ਸੀ। 76th is which type of falling malware does not replicate or clone themselves through infection? So ਜਿਹੜਾ ਆਪਣੇ ਆਪ ਨੂੰ replicate ਨਹੀਂ ਕਰਦਾ, ਇੱਕ ਤੋਂ ਜ਼ਿਆਦਾ ਬਾਅਦ ਆਪਣੀਆਂ ਕਾਪੀਜ਼ ਨਹੀਂ ਤਿਆਰ ਕਰਦਾ, ਸੋ ਉਹ ਹੈ ਟਰੋਜਨ ਆਪਸ਼ਨ 2। Encryption system is, so encryption system ਕੀ ਹੈ? Option A symmetric key encryption algorithm। ਜਿਹੜੀ asymmetric key cipher ਹੈ ਇਹ ਕਿੰਨੀਆਂ keys use ਕਰਦੀ ਹੈ? ਸੋ ਇਹ use ਕਰਦੀ ਹੈ option 2 2 keys। ਨੈਕਸਟ ਕੁਐਸਚਨ ਹੈ ਕਿ ਜਿਹੜੇ HTTP ਕਨੈਕਸ਼ਨ ਹੈ ਉਹਨੂੰ ਸਿਕਿਉਰ ਕਰਨ ਦੇ ਲਈ ਆਪਾਂ ਕਿਹੜਾ ਪ੍ਰੋਟੋਕਾਲ ਵਰਤਦੇ ਹਾਂ? ਸੋ ਆਪਾਂ use ਕਰਦੇ ਹਾਂ TSL Transport Layer Security। 80th question is cryptography term is used to transform message to make them secure and prevent from। so ਆਪਾਂ ਇਸ ਚੀਜ਼ ਦੀ ਵਰਤੋਂ ਕਰਦੇ ਹਾਂ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਦੀ, ਇਹ ਕ੍ਰਿਪਟੋਗ੍ਰਾਫੀ ਦੇ ਅੰਦਰ ਆਉਂਦਾ ਤਾਂ ਕਿ ਆਪਣੇ ਮੈਸੇਜ ਕਿਸੇ ਵੀ ਤਰ੍ਹਾਂ ਦੇ ਥਰਡ ਪਾਰਟੀ ਅਟੈਕ ਤੋਂ ਬਚ ਸਕਣ। So next 81st DES stands for, DES ਦੀ full form ਹੈ Data Encryption Standard option C। Next come very important question 82nd encryption algorithm is used to transform। so encryption ਦੇ ਨਾਲ plain text ਨੂੰ ਆਪਾਂ ਕਿਸ ਚੀਜ਼ ਦੇ ਵਿੱਚ ਬਦਲਦੇ ਹਾਂ? ਸੋ ਇਹਨੂੰ ਬਦਲਦੇ ਹਾਂ cipher text ਦੇ ਵਿੱਚ option B। What is cipher in cryptography? So cipher ਕੀ ਹੈ? It is both algorithm for performing encryption and decryption and encrypted message। Next is 84th message before being transformed। ਸੋ ਬਿਨਾ ਬਦਲਣ ਤੋਂ ਜਿਹੜਾ ਮੈਸੇਜ ਆ ਬਿਫੋਰ ਟਰਾਂਸਫਰਮੇਸ਼ਨ ਉਹ ਮੈਸੇਜ ਹੈ plain text। Which of the following feature is supported by Skype application? ਸੋ Skype application ਦੇ ਵਿੱਚ ਜਿਹੜਾ Skype app ਹੈ ਜਿਹਦੇ ਥਰੂ ਆਪਾਂ ਵੀਡੀਓ ਕਾਲਿੰਗ ਵਗੈਰਾ ਕਰਦੇ ਹਾਂ, ਸੋ ਇਹਦੇ ਵਿੱਚ ਕਿਸ ਤਰ੍ਹਾਂ ਦਾ ਫੀਚਰ ਹੈ? ਸੋ Skype ਦੇ ਵਿੱਚ ਮੈਸੇਜ ਲੌਗਿੰਗ, ਇਨਸਟੈਂਟ ਮੈਸੇਜਿੰਗ, ਫਾਈਲ ਟ੍ਰਾਂਸਫਰ, ਇਹ ਤਿੰਨੋਂ ਹੀ ਫੀਚਰਸ ਨੇ, ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ D। Next is Google Talk। Google Talk is a service that uses ਕਿਹੜਾ protocol use ਕਰਦੀ ਹੈ? Google Talk for Google Chat IM client। so ਇਹ use ਕਰਦੀ ਹੈ Jabber। option B is the right answer। Next is which of the following is available in the form of a PC now? so microcomputer ਹੈ ਜਿਹੜਾ ਇਹ PC ਦੀ form ਵਿੱਚ ਹੁਣ available ਹੈ। परम is an example of, ਇਹ बहुत important question है क्योंकि इंडिया के लिए काफी important है। सो परम एक सुपर कंप्यूटर है। 89th question is in a cellular network which of the following is used to use the same frequency for other? so either right answer है option 2 frequency reuse। 90th question is which of the following uses wireless as a mode of communication for transferring or exchanging data between various mobile। ਜੇ ਆਪਾਂ short range ਦੀ ਗੱਲ ਕਰੀਏ ਤਾਂ Bluetooth technology ਦੇ ਨਾਲ ਆਪਾਂ ਇਹ ਕੰਮ ਕਰ ਸਕਦੇ ਹਾਂ। 91st question ਹੈ ਕਿੰਨੀਆਂ languages ਦੇ ਵਿੱਚ MS Office 2019 available ਹੈ? ਸੋ ਇਹਦਾ right answer ਹੈ option A 102। What is a backup? Backup ਕੀ ਹੈ? ਸੋ ਇਹਦਾ right answer ਹੈ option D restoring the information backup, exact copy of system information, ability to get a system up and running in the event of a system crash or failure। ਜਿਵੇਂ ਆਪਣੇ WhatsApp ਵਿੱਚ ਵੀ ਆਪਣਾ ਸਾਰਾ ਮੀਡੀਆ ਚੈਟਸ ਬੈਕਅਪ ਹੋ ਜਾਂਦੀਆਂ ਨੇ, ਸੋ ਉਹਦਾ ਮਤਲਬ ਹੁੰਦਾ ਹੈ ਕਿ ਇਨਫੋਰਮੇਸ਼ਨ ਦੀ ਐਗਜ਼ੈਕਟ ਕਾਪੀ ਐਜ਼ ਇਟ ਇਜ਼ ਰੀਸਟੋਰ ਹੋਣੀ। 93rd is dash are list of command that appear on screen। so ਇਹ ਹੁੰਦੇ ਨੇ menus। option C is the right answer। 94th है software such as virus, worms, trojan horses that has a malicious intent। so ਇਹ ਹੁੰਦੇ ਨੇ ਆਪਣੇ option D malwares। 95th है the dash contains data description and define the name, data type, length of each field। so ਇਹ ਸਾਰਾ ਕੁਝ ਹੁੰਦਾ ਆਪਣਾ data dictionary ਵਿੱਚ। option A is the right answer। next is the most frequently used instruction of a computer program are likely to be fetched from। so ਜਿਹੜੀਆਂ ਵੀ recent ਵਾਲੀਆਂ instructions ਹੁੰਦੀਆਂ ਨੇ computer program ਦੀਆਂ
ਉਹਨਾਂ ਨੂੰ ਆਪਾਂ ਜਿਹੜੀ ਕੈਸ਼ ਮੈਮਰੀ ਹੁੰਦੀ ਹੈ ਉਹਦੇ ਵਿੱਚੋਂ ਲੈ ਸਕਦੇ ਹਾਂ। ਸੋ ਆਪਸ਼ਨ ਬੀ ਰਾਈਟ ਆਨਸਰ ਹੈ। The design of network is called network. ਸੋ ਜਿਹੜਾ ਵੀ ਨੈਟਵਰਕ ਦਾ ਡਿਜ਼ਾਈਨ ਹੁੰਦਾ ਉਹਨੂੰ ਆਪਾਂ ਆਰਕੀਟੈਕਚਰ ਕਹਿੰਦੇ ਆ। ਆਪਸ਼ਨ A is the right answer. Granting an outside organization access to internet web page is often implemented using a extranet. Option A is the right answer. Next in 99, Dash controls the way in which computer systems function and provide a mean by which users can interact with computer. So ਕਹਿੰਦੇ ਆਪਾਂ ਜੋ ਵੀ users ਆ ਕੰਪਿਊਟਰ ਨੂੰ use ਕਰਦੇ ਆ ਸੋ ਕੰਪਿਊਟਰ ਤੇ users ਦੇ ਵਿੱਚ ਇੱਕ ਲਿੰਕ ਕੌਣ ਕ੍ਰੀਏਟ ਕਰਦਾ ਸੋ ਉਹ ਹੈ option C operating system. 100th question ਹੈ this part of operating system manages the essential peripherals such as keyboard, screen, disk drive, parallel and serial port. So ਇਹ ਸਾਰਾ ਕੁਝ manage ਹੁੰਦਾ ਹੈ basic input output system ਵਿੱਚ option A is the right answer.